ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਬ ਸੋਡੀ ਕੋ ਨਾ ਰਹਿਓ, ਮੰਜੀ ਲਾਵਨ ਜੋਗ। ਸਿੱਖ ਸੰਗਤ ਰੰਡੀ ਕਹੇ, ਘੇਰ ਲਈ ਉਨ ਲੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਉੱਥੇ ਨਾਲ ਅਸ਼ਟਮ ਬਲਵੀਰਾ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ। ਅੱਜ ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਕਾਰਯੋਗ ਜਗਤ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਕਿਸ਼ਨ ਕੌਰ ਜੀ ਦੇ ਉਦਰ ਤੋਂ ਬਾਲ ਰੂਪ ਵਿੱਚ ਹੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਪ੍ਰਾਪਤ ਹੋਈ। ਔਰ ਅਨੇਕਾਂ ਜੀਵਾਂ ਦੇ ਸਤਿਗੁਰਾਂ ਨੇ ਕਲਿਆਣ ਕੀਤੇ। ਗੂੰਗਿਆਂ ਦੇ ਸਿਰਾਂ ਤੇ ਛੜੀ ਧਰ ਕੇ ਤੇਰਾਂ ਨੂੰ ਖੱਟ ਸ਼ਾਸਤਰਾਂ ਦਾ ਵਕਤਾ ਬਣਾਇਆ। ਦਿੱਲੀ ਵਿੱਚ ਫੈਲੀਆਂ ਮਹਾਂਮਾਰੀਆਂ ਆਪਣੇ ਦਰਸ਼ਨ ਬਖਸ਼ਿਸ਼ ਕਰਕੇ ਨਿਰਵਿਰਤ ਕੀਤੀਆਂ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਤਿਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ। ਕੁਝ ਕੋਨਾ ਲੋਕਾਂ ਦਾ ਜ਼ਿਕਰ ਆ ਰਿਹਾ ਹੈ ਜਿਹੜੇ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਕੁਝ ਆਪੋ ਆਪ ਨੂੰ ਗੁਰੂ ਕਹਾਉਣ ਲੱਗ ਪਏ। ਉਹਨਾਂ ਵਿੱਚੋਂ ਗੁਲਾਬ ਰਾਏ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਗੰਗੂ ਸ਼ਾਹੀਆਂ ਦਾ ਜ਼ਿਕਰ ਚੱਲ ਰਿਹਾ ਹੈ। ਇੱਕ ਭਾਈ ਮੇਹਰ ਸਿੰਘ ਨਾਮ ਦੇ ਗੁਰਮੁਖ ਪਿਆਰੇ ਸਿੰਘ ਸਨ, ਦਿੱਲੀ ਦੇ ਰਹਿਣ ਵਾਲੇ ਸੀ। 10 ਕੁ ਸਿੰਘ ਤਿਆਰ ਬਰ ਤਿਆਰ ਉਹਨਾਂ ਦੇ ਨਾਲ ਰਹਿੰਦੇ। ਇੱਧਰ ਪੰਜਾਬ ਦੇ ਇਲਾਕੇ 'ਚ ਪਿੰਡਾਂ 'ਚ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਕਦੇ ਕੋਈ ਰਾਮ ਰਾਈਆ, ਕਦੇ ਕੋਈ
ਧੀਰ ਮੱਲੀਆ, ਕਦੇ ਕੋਈ ਗੰਗੂ ਸ਼ਾਹੀਆ, ਕਦੇ ਕੋਈ ਹੰਦਾਲੀਆ, ਇਹਨਾਂ ਨੂੰ ਟੱਕਰ ਜਾਣਾ ਤਾਂ ਬਹਿਸ ਵੀ ਹੁੰਦੀ। ਜਿੱਥੇ ਗੁਰਸਿੱਖਾਂ ਦੇ ਘਰ ਹੁੰਦੇ ਉੱਥੇ ਜਾ ਕੇ ਉਹਨਾਂ ਪਿੰਡਾਂ ਵਿੱਚ ਸਵੇਰੇ ਸ਼ਾਮ ਦੀਵਾਨ ਸਜਾਉਣੇ, ਕੀਰਤਨ ਕਰਨਾ, ਕਥਾ ਕਰਨੀ। ਇਹ ਭਾਈ ਮੇਹਰ ਸਿੰਘ ਜੀ ਇਹੋ ਜੀ ਸੇਵਾ ਨਿਭਾਉਂਦੇ ਆ। ਸ਼ਸਤਰਧਾਰੀ ਸੀ, ਨੀਲੇ ਰੰਗ ਦਾ ਬਾਣਾ ਪਹਿਨਣਾ, ਗਾਤਰੇ ਸ਼੍ਰੀ ਸਾਹਿਬ ਸਜਾਉਣੀ, ਸੀਸ ਤੇ ਦੁਮਾਲਾ, ਚੱਕਰ, ਚੰਦ, ਤੋੜੇ ਸਜਾਉਣੇ। 10 ਸਿੰਘ ਉਹ ਵੀ ਨਾਲ ਸ਼ਸਤਰਧਾਰੀ ਨੇ। ਗੰਗੂ ਸ਼ਾਹੀਆਂ ਦੇ ਨਾਲ ਭਾਈ ਮੇਹਰ ਸਿੰਘ ਜੀ ਦਾ ਇੱਕ ਜਗ੍ਹਾ ਤੇ ਆ ਕੇ ਤਕਰਾਰ ਹੋਇਆ, ਤਕਰਾਰਬਾਜ਼ੀ ਹੋਈ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕਿਵੇਂ ਬਣੀ ਇਹ ਸਾਰੀ ਖੇਡ, ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਇਸ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕਰ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਮਨ ਔਰ ਬਿਰਤੀਆਂ ਦੀ ਇਕਾਗਰਤਾ ਲਈ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਸੋਡੀ ਕੋ ਨਾ ਰਿਓ, ਮੰਜੀ ਲਾਵਨ ਜੋਗ। 10ਵੇਂ ਪਾਤਸ਼ਾਹ ਸੱਚਖੰਡ ਚਲੇ ਗਏ। ਉਧਰ ਗੁਲਾਬ ਰਾਏ, ਉਹਦਾ ਪਰਿਵਾਰ ਸਮਾਪਤ ਹੋ ਗਿਆ। ਤਕਰੀਬਨ ਜਿਹੜੇ ਸੋਢੀ ਸਨ ਉਹ ਵੀ ਮੰਜੀ ਲਾਉਣ ਜੋਗੇ ਨਾ ਰਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਹਾਲੇ ਇੰਨਾ ਪ੍ਰਕਾਸ਼, ਗੁਰਗੱਦੀ ਹਜੂਰ ਸਾਹਿਬ ਮਿਲੀ ਸੀ, ਪਰ ਉਹ ਹੈ ਸਹਿਜੇ ਸਹਿਜੇ ਹਾਲੇ ਪ੍ਰਚਾਰ ਹੋਣਾ ਸੀ ਸਾਰੇ ਪਾਸੇ। ਤੋ ਜਿਹੜੇ ਕੱਚੇ ਪਿੱਲੇ ਸਨ ਇਹ ਪਿੰਡਾਂ ਵਿੱਚ, ਨਗਰਾਂ ਵਿੱਚ ਫਿਰਦੇ ਸੰਗਤ ਨੂੰ ਵਰਗਲਾ ਕੇ ਆਪਣੇ ਪਿੱਛੇ ਲਾਉਣ ਲੱਗ ਪਏ। ਸਿੱਖ ਸੰਗਤ ਰੰਡੀ ਕਹੇ, ਘੇਰ ਲਏ ਉਨ ਲੋਗ। ਇਹ ਕਹਿਣ ਲੱਗ ਗਏ ਜੀ, ਕਹਿੰਦੇ ਸਿੱਖ ਸੰਗਤ ਤਾਂ ਜਿਹੜੀ ਹੈ ਇਹ ਗੁਰੂ ਵਿਹੋਣੀ ਨਖਸਮੀ ਹੋ ਗਈ ਹੈ। ਇਹ ਕਹਿ ਕੇ ਜਿਹੜੇ ਕੱਚੇ ਪਿੱਲੇ ਨੇ ਇਹ ਜਾ ਕੇ ਸੰਗਤ ਨੂੰ ਘੇਰ ਲੈਂਦੇ। ਬਹੁਤ ਸਾਰੇ ਪਿੰਡਾਂ ਦੇ ਵਿੱਚ ਫਿਰ ਕੇ ਆਪਣਾ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਚੇਲੇ ਬਣਾਉਂਦੇ ਹਨ। ਜੋ ਪਈ ਬਿਨ ਗੁਰ ਸੰਗਤ ਰੰਡੀ ਬਤਾਵੇਂ। ਇਹ ਕਹਿੰਦੇ ਜੀ ਤੁਹਾਡਾ ਗੁਰੂ ਕੋਈ ਨਹੀਂ, ਦੇਹਧਾਰੀ ਗੁਰੂ ਚਾਹੀਦਾ ਤੁਹਾਨੂੰ। ਇਦਾਂ ਕਹਿ ਕੇ ਬਹੁਤ ਸਾਰੇ ਲੋਕਾਂ ਨੂੰ ਵਰਗਲਾਉਂਦੇ ਹਨ। ਯੋਂ ਕਹਿ ਕੇ ਵੱਲ ਆਪਨ ਪਰਮਾਵੇਂ। ਔਰ ਪਰਮਾ ਕੇ ਆਪਣੇ ਨਾਲ ਜੋੜਦੇ ਨੇ, ਆਪਣੇ ਡੇਰਿਆਂ ਨਾਲ ਜੋੜਦੇ ਨੇ। ਰਿੱਧ ਸਿੱਧ ਦੁੱਧ ਪੁੱਤ ਪੀ ਦੇਵੇਂ। ਕਹਿੰਦੇ ਜੀ ਅਸੀਂ ਤੁਹਾਨੂੰ ਰਿੱਧੀਆਂ ਦੇਾਂਗੇ, ਸਿੱਧੀਆਂ ਦੇਾਂਗੇ, ਦੁੱਧ ਪੁੱਤ ਦੇਾਂਗੇ, ਜੋ ਤੁਸੀਂ ਸਾਡੇ ਕੋਲੋਂ ਮੰਗੋਗੇ ਦੇਵਾਂਗੇ। ਤੋੜ ਖਾਲਸੇ ਸੋ ਆਪ ਪ੍ਰਮੇਵੇਂ। ਇਦਾਂ ਸੰਗਤ ਨੂੰ ਖਾਲਸੇ ਨਾਲੋਂ ਤੋੜ ਕੇ, ਕਿਉਂਕਿ ਖਾਲਸਾ ਜੰਗਾਂ ਯੁੱਧਾਂ ਵਿੱਚ ਹੈ, ਤੋ ਆਮ ਸੰਗਤ ਜਿਹੜੀ ਪਿੰਡਾਂ ਵਿੱਚ, ਨਗਰਾਂ ਵਿੱਚ ਭੋਲੇ ਭਾਲੇ ਲੋਕ ਸੀ, ਉਹਨਾਂ ਨੂੰ ਖਾਲਸੇ ਨਾਲੋਂ ਤੋੜ ਕੇ ਇਹ ਆਪਣੇ ਨਾਲ ਜੋੜਦੇ ਹਨ। ਦੋਹਰਾ ਸੋ ਸੁਨ ਖਾਲਸੇ ਚਿਪ ਲਗੀ, ਸਿੰਘ ਦੰਗੋ ਪੰਗੋ ਕਰਾਏ। ਜਦੋਂ ਸਿੰਘਾਂ ਨੂੰ ਪਤਾ ਲੱਗਦਾ ਹੈ ਕਿ ਇਦਾਂ ਇਹ ਕੱਚੇ ਪਿੱਲੇ ਪਿੰਡਾਂ 'ਚ ਫਿਰ ਕੇ ਸੰਗਤ ਨੂੰ ਗੁੰਮਰਾਹ ਕਰਕੇ ਖਾਲਸੇ ਨਾਲੋਂ ਤੋੜਦੇ ਨੇ, ਕਹਿੰਦੇ ਜੀ ਤੁਹਾਡੇ ਕੋਲ ਦੇਹਧਾਰੀ ਗੁਰੂ ਕੋਈ ਨਹੀਂ, ਤੁਸੀਂ ਨਖਸਮੇ ਹੋ ਗਏ ਹੋ। ਇਦਾਂ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਤੇ ਖਾਲਸੇ ਨੂੰ ਫਿਰ ਇੱਕਦਮ ਰੋਸ ਜਾਗਦਾ। ਫਿਰ ਕਈ ਜਗ੍ਹਾਵਾਂ ਦੇ ਉੱਤੇ ਇਹਨਾਂ ਦੇ ਨਾਲ ਦੰਗੇ ਫੰਗੇ ਵੀ ਹੁੰਦੇ ਆ, ਯਾਨੀ ਕਿ ਮਾਰ ਬਕਾਰਾ ਵੀ ਹੋ ਜਾਂਦਾ ਫਿਰ ਇਹਨਾਂ ਨਾਲ, ਮਲੇਛਾਂ ਨਾਲ। ਪਰ ਬਿਨਾ ਦਿਖਾਏ ਬਰਕਤੈਂ, ਕੋਈ ਪਤਿਆਵੇ ਨਾਏ। ਲੋਕ ਵੀ ਤਕਰੀਬਨ ਚਮਤਕਾਰ ਵੇਖਣ ਤੇ ਚਮਤਕਾਰ ਵੇਖ ਕੇ ਨਮਸਕਾਰ ਕਰਦੇ ਆ।
ਚਮਤਕਾਰ ਨੂੰ ਨਮਸਕਾਰ ਹੈ ਨਾ। ਜਦੋਂ ਤੱਕ ਕੋਈ ਅਜਮਾਵੇ ਨਾ ਉਹ ਪ੍ਰਤੀਤ ਉਦੋਂ ਤੱਕ ਨਹੀਂ ਉਹਨਾਂ ਦੀ ਬਣਦੀ। ਖਾਲਸੇ ਓ ਗੰਗੂ ਸ਼ਾਇਨ ਐਸੋ ਰਹੇ ਤਕਰਾਰ। ਇਦਾਂ ਗੰਗੂ ਸ਼ਾਹੀਆਂ ਦਾ ਤੇ ਖਾਲਸੇ ਦਾ ਵੀ ਤਕਰਾਰ ਰਹਿੰਦਾ। ਇਹ ਜਿਹੜੇ ਗੰਗੂ ਸ਼ਾਹੀ ਨੇ ਇਹ ਖਾਲਸੇ ਨਾਲ ਤਕਰਾਰ ਰੱਖਦੇ, ਕਹਿੰਦੇ ਅਸੀਂ ਤੁਹਾਨੂੰ ਰਿੱਧੀਆਂ ਸਿੱਧੀਆਂ ਦੇਾਂਗੇ। ਆਪਣੇ ਚੇਲਿਆਂ ਨੂੰ ਕਹਿੰਦੇ। ਖਾਲਸਾ ਆਖੇ ਰਿੱਧੀਆਂ ਸਿੱਧੀਆਂ ਸਾਰੀਆਂ ਗੁਰੂ ਪੰਥ ਨੂੰ ਮਹਾਰਾਜ ਜੀ ਨੇ ਦਿੱਤੀਆਂ। ਗੁਰਬਾਣੀ ਦੇ ਜਾਪ ਦੇ ਵਿੱਚ ਸਾਰਾ ਕੁਝ ਹੈ। ਇਹ ਆਖਣ ਜੀ ਅਸੀਂ ਦੇਾਂਗੇ। ਇਦਾਂ ਗੰਗੂ ਸ਼ਾਹੀਆਂ ਦਾ ਤੇ ਖਾਲਸੇ ਦਾ ਆਪਸੀ ਤਕਰਾਰ ਰਹਿੰਦਾ ਹੈ। ਸਿੰਘ ਕਹੇ ਖਾਲਸੋ ਜਿੱਤਿਓ ਗੰਗਈ ਕਹੇਂਗੇ ਉਹ ਹਾਰ। ਸਿੰਘ ਕਹਿੰਦੇ ਖਾਲਸਾ ਕਹਿੰਦਾ ਵੀ ਖਾਲਸਾ ਜਿੱਤਿਆ, ਤੇ ਜਿਹੜੇ ਗੰਗੂ ਸ਼ਾਹੀਏ ਨੇ ਇਹ ਜਾ ਕੇ ਪ੍ਰਚਾਰ ਕਰਦੇ, ਕਹਿੰਦੇ ਖਾਲਸਾ ਹਾਰ ਗਿਆ ਅਸੀਂ ਜਿੱਤੇ ਆ। ਜੇ ਕਿਸੇ ਪਿੰਡ 'ਚ ਕੋਈ ਮਾੜੀ ਮੋਟੀ ਬਾਤ ਹੁੰਦੀ ਹੈ ਨਾ, ਖਾਲਸੇ ਦੀ ਜਿੱਤ ਹੁੰਦੀ ਹੈ। ਇਹ ਗੰਗੂ ਸ਼ਾਹੀਏ ਜਾਣ ਕੇ ਦੂਜੇ ਪਿੰਡਾਂ 'ਚ ਪ੍ਰਚਾਰ ਕਰਦੇ ਤੇ ਕਹਿੰਦੇ ਖਾਲਸਾ ਹਾਰ ਗਿਆ। ਖਾਲਸਾ ਕਹਿੰਦਾ ਅਸੀਂ ਜਿੱਤੇ ਆ। ਅਸੀਂ ਕਿਵੇਂ ਹਾਰੀਏ? ਸਾਡੇ ਵੱਲ ਤਾਂ ਕਲਗੀਧਰ ਸੁਆਮੀ ਜੀ ਹਨ। ਜੋ ਪਈ ਜਿਨ ਬਿਦ ਤਿਨੇ ਵਿਵਾਦੋ ਪਇਓ। ਇਦਾਂ ਗੰਗੂ ਸ਼ਾਹੀਆਂ ਦਾ ਤੇ ਖਾਲਸੇ ਦਾ ਜਿਹੜਾ ਵਿਵਾਦ ਸੀ ਉਹ ਕੁਝ ਸਮੇਂ ਲਈ ਬਹੁਤ ਵਧਿਆ। ਇਹਨਾਂ ਦੇ ਆਪਸੀ ਮਤਭੇਦ ਵਿਵਾਦ ਬਹੁਤ ਜ਼ਿਆਦਾ ਵੱਧ ਗਏ। ਕਹੇ ਰਤਨ ਸਿੰਘ ਸੋ ਸੁਨ ਲਿਓ। ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਵਿਵਾਦ ਇੱਧਰ ਸਰਹੰਦ ਦੇ ਇਲਾਕੇ 'ਚ ਵਾਪਰਿਆ। ਉਹ ਕਹਿੰਦੇ ਮੈਂ ਜਿਵੇਂ ਸੁਣਿਆ ਉਹ ਤੁਹਾਨੂੰ ਸਰਵਣ ਕਰਾਉਂਦਾ ਹਾਂ। ਜਿਨ ਦੇਖੇ ਜੀਵਤ ਸਿਖਵਾਏ। ਜਿਨ੍ਹਾਂ ਨੇ ਉਹ ਸਾਰਾ ਵਿਵਾਦ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਹਾਲੇ ਵੀ ਜਿਉਂਦੇ ਨੇ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਨੇ ਮੈਨੂੰ ਸੁਣਾਇਆ ਤੇ ਖਾਲਸਾ ਜੀ ਮੈਂ ਤੁਹਾਨੂੰ ਲਿਖ ਕੇ ਸੁਣਾ ਰਿਹਾ ਹਾਂ। ਉਹਨੇ ਕਹਿਓ ਤੋ ਹਮਰੇ ਪਾਏ। ਜਿਨ੍ਹਾਂ ਨੇ ਉਹ ਵਿਵਾਦ ਵੇਖਿਆ ਗੰਗੂ ਸ਼ਾਹੀਆਂ ਦਾ ਤੇ ਭਾਈ ਮੇਹਰ ਸਿੰਘ ਹੁਣਾਂ ਦਾ, ਕਿ ਭਾਈ ਮੇਹਰ ਸਿੰਘ ਤੇ ਉਹਨਾਂ ਦੇ ਨਾਲ ਦੇ ਜਿਹੜੇ ਖਾਲਸੇ ਦੇ ਹੋਰ 10 ਸਿੰਘ ਸੀ, ਤੇ ਗੰਗੂ ਸ਼ਾਹੀਆਂ ਦਾ ਜਿਹੜਾ ਗੁਰੂ ਸੀ ਉਹਦਾ ਨਾਂ ਸੀ, ਪਿੱਛੇ ਦੱਸ ਆਏ ਨੇ, ਖੜਗ ਸਿੰਘ। ਇਹਨਾਂ ਦਾ ਆਪਸੀ ਜਿਵੇਂ ਵਿਵਾਦ ਹੋਇਆ ਤੇ ਖਾਲਸੇ ਦੀ ਫਤਿਹ ਹੋਈ। ਕਹਿੰਦੇ ਜਿਨ੍ਹਾਂ ਨੇ ਵੇਖਿਆ ਉਹ ਹਾਲੇ ਵੀ ਜਿਉਂਦੇ, ਉਹਨਾਂ ਨੇ ਮੈਨੂੰ ਸੁਣਾਇਆ ਤੇ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ। ਇੱਕ ਸਿੱਖ ਤੋਂ ਗੁਰ ਦਸਮ ਕੋ ਪੂਰੋ। ਇਧਰ ਸਰਹੰਦ ਦੇ ਇਲਾਕੇ ਦੇ ਵਿੱਚ ਹੀ ਇੱਕ ਗੁਰੂ ਕਾ ਸਿੱਖ ਸੀ, 10ਵੇਂ ਪਾਤਸ਼ਾਹ ਦਾ ਅੰਮ੍ਰਿਤਧਾਰੀ ਸਿੰਘ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਿੰਘ ਸੀ, ਗ੍ਰਸਤੀ ਸਿੰਘ ਸੀ। ਵਿਆਹਿਓ ਕਰ ਗੰਗੂ ਸ਼ਾਇਨ ਕੋ ਊਰੋ। ਸੰਜੋਗਾਂ ਦੀ ਖੇਡ ਹੈ ਕਲਗੀਧਰ ਦਾ ਅੰਮ੍ਰਿਤਧਾਰੀ ਸਿੰਘ, ਪਰ ਇਹਦੀ ਸ਼ਾਦੀ ਹੋ ਗਈ ਗੰਗੂ ਸ਼ਾਹੀਆਂ ਦੇ ਘਰ 'ਚ। ਉਹ ਅੱਗੇ ਗੰਗੂ ਸ਼ਾਹੀਆਂ ਦੇ ਚੇਲੇ ਸੀ, ਉਹਨਾਂ ਦੇ ਸਿੱਖ ਸੀ ਗੰਗੂ ਸ਼ਾਹੀਆਂ ਦੇ। ਉਹਨਾਂ ਦੇ ਘਰ ਵਿੱਚ ਇਸ ਸਿੰਘ ਦੀ, ਅੰਮ੍ਰਿਤਧਾਰੀ ਸਿੰਘ ਦੀ ਸ਼ਾਦੀ ਹੋ ਗਈ। ਅੰਨ ਤਨ ਉਸ ਕਮੀ ਨਾ ਕਾਈ। ਉਸ ਸਿੱਖ ਦੇ ਘਰ ਵਿੱਚ ਅੰਨ ਧਨ ਦੀ ਕਮੀ ਨਹੀਂ ਸੀ। ਮਹਾਰਾਜ ਜੀ ਦੀ ਕਿਰਪਾ ਨਾਲ ਚੰਗਾ ਘਰੋਂ ਰੱਜਿਆ ਪੁੱਜਿਆ ਸਿੰਘ ਸੀ ਉਹ ਅੰਮ੍ਰਿਤਧਾਰੀ, ਜਿਹੜਾ ਵਿਆਹਿਆ ਗਿਆ ਗੰਗੂ ਸ਼ਾਹੀਆਂ ਵੱਲ, ਤੇ ਘਰ ਵਿੱਚ ਉਹਦੇ ਅੰਨ ਧਨ ਦੀ ਕੋਈ ਕਮੀ ਨਹੀਂ ਸੀ। ਗੁਰੂ ਕਲਗੀਧਰ ਸਾਹਿਬ ਦੀ ਕਿਰਪਾ ਸੀ। ਇੱਕ ਲੋੜ ਪੁੱਤਰ ਕੀ ਉਸੇ ਰਹਾਈ। ਬਸ ਘਰ ਵਿੱਚ ਪੁੱਤਰ ਨਹੀਂ ਸੀ, ਹੋਰ ਸਭ ਕੁਝ ਸੀ। ਅੰਨ ਧਨ ਦੀ ਕਮੀ ਨਹੀਂ ਸੀ, ਕੰਮਕਾਰ ਚੰਗਾ ਸੀ, ਜ਼ਮੀਨ ਜਾਇਦਾਦ ਦਾ ਮਾਲਕ ਸੀ। ਬਸ ਜੇ ਕਮੀ ਸੀ ਤੇ ਪੁੱਤਰ ਦੀ ਕਮੀ ਸੀ, ਘਰ 'ਚ ਸੰਤਾਨ ਨਹੀਂ ਸੀ ਉਸ ਸਿੰਘ ਦੇ। ਅੰਨ ਤਨ ਉਸ ਵੱਡ ਨਫੋ ਆਇਓ। ਤੇ ਦਸਵੰਧ ਕੱਢਣਾ ਨਹੀਂ ਸੀ ਭੁੱਲਦਾ ਉਹ ਸਿੰਘ। ਜਿੰਨਾ ਅੰਨ ਧਨ ਕਮਾਉਂਦਾ ਸੀ ਉਹਦੇ ਵਿੱਚੋਂ ਜਿੰਨਾ ਨਫਾ ਆਉਂਦਾ ਸੀ, ਉਸ ਕੋ ਦਸੌਂਦ ਉਨ ਸਿੱਖ ਕਢਾਇਓ। ਉਹਦੇ ਵਿੱਚੋਂ 10ਵਾਂ ਹਿੱਸਾ ਦਸਵੰਧ ਦਾ ਉਹ ਸਿੰਘ ਜ਼ਰੂਰ ਕੱਢਦਾ ਹੈ। ਸਿੱਖ ਸਿੱਖਣੀ ਯੋ ਕਰੀ ਸਲਾਹ। ਇੱਕ ਦਿਨ ਇਹਨੇ ਤੇ ਇਹਦੀ ਘਰਵਾਲੀ ਨੇ, ਹੁਣ ਘਰਵਾਲੀ ਗੰਗੂ ਸ਼ਾਹੀਆਂ ਦੀ ਧੀ ਸੀ, ਵਿਆਹੀ ਸਿੰਘ ਨੂੰ ਸੀ। ਇੱਕ ਦਿਨ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਦੋਹਾਂ ਮੀਆਂ ਬੀਬੀ ਨੇ। ਦਸੌਂਦ ਚੜਾਏ ਘਰ ਸਿੱਖਨ ਬੁਲਾਏ। ਕਹਿਣ ਲੱਗੀ ਕਿ ਆਪਾਂ ਘਰ ਵਿੱਚ ਸਿੱਖਾਂ ਨੂੰ ਸੱਦੀਏ ਤੇ ਸਿੱਖਾਂ ਨੂੰ ਬੁਲਾ ਕੇ ਤੇ ਜਿਹੜੀ ਦਸਵੰਧ ਦੀ ਮਾਇਆ ਨਾਲੇ ਉਹਨਾਂ ਨੂੰ ਚੜਾਵਾ ਚੜਾ ਦੇਾਂਗੇ, ਨਾਲੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਾਵਾਂਗੇ। ਪ੍ਰਸਾਦ ਛਕਾਏ
ਅਰਦਾਸ ਕਰਾਈਐ। ਲੰਗਰ ਛਕਾ ਕੇ ਜਥਾ ਸ਼ਕਤ ਤੇ ਮਾਇਆ ਦਸਵੰਧ ਦੀ ਉਹਨਾਂ ਸਿੰਘਾਂ ਨੂੰ ਦੇ ਕੇ ਜਥਾ ਸ਼ਕਤ ਬਸਤਰ ਆਦਿਕ ਭੇਟ ਕਰਕੇ ਉਹਨਾਂ ਸਿੱਖਾਂ ਕੋਲੋਂ ਸਿੰਘਾਂ ਕੋਲੋਂ ਅਰਦਾਸ ਕਰਾਵਾਂਗੇ। ਹੋਈ ਔਲਾਦ ਇਮ ਬਚਨ ਕਰਾਈਐ। ਉਹ ਸਿੰਘਾਂ ਕੋਲੋਂ ਅਰਦਾਸ ਕਰਾਵਾਂਗੇ ਕਿ ਸਾਡੇ ਘਰ ਔਲਾਦ ਹੋ ਜਾਏ। ਪੁੱਤਰ ਨਹੀਂ ਹੈ, ਸਾਡੇ ਘਰ ਔਲਾਦ ਨਹੀਂ ਹੈ, ਉਹ ਅਰਦਾਸ ਕਰਨਗੇ ਤੇ ਸਾਡੇ ਘਰ ਔਲਾਦ ਹੋ ਜਾਵੇ। ਇਹ ਅਰਦਾਸ ਉਹਨਾਂ ਸਿੰਘਾਂ ਕੋਲੋਂ ਕਰਾਵਾਂਗੇ। ਇਮ ਬਚਨ ਗੋਬਿੰਦ ਸਿੰਘ ਕਰ ਗਏ। ਕਿਉਂਕਿ 10ਵੇਂ ਪਾਤਸ਼ਾਹ ਜੀ ਵੀ ਇਹ ਬਚਨ ਕਰ ਗਏ ਨੇ ਕਲਗੀਧਰ ਜੀ, ਜੋ ਚਾਹੇ ਪੰਜ ਸਿੱਖਨ ਤੇ ਲਏ। ਕਿ ਜੇ ਕਿਸੇ ਦੇ ਮਨ 'ਚ ਕੋਈ ਕਾਮਨਾ ਤੇ 5 ਸਿੰਘਾਂ ਕੋਲੋਂ ਅਰਦਾਸ ਕਰਾਓ ਤੇ ਉਹ ਕਾਮਨਾ ਪੂਰੀ ਹੋਵੇਗੀ। ਸਿੰਘ ਪੰਚਨ ਮੈਂ ਮੋਰੋ ਵਾਸਾ, ਇਹ ਕਲਗੀਧਰ ਜੀ ਬਚਨ ਕਰ ਗਏ ਨੇ ਕਿ 5 ਸਿੰਘਾਂ 'ਚ ਮੇਰਾ ਵਾਸਾ ਹੈ। 5 ਸਿੰਘ ਤਿਆਰ ਬਰ ਤਿਆਰ ਰਹਿਤ ਬਹਿਤ 'ਚ ਪੱਕੇ ਅਰਦਾਸਾਂ ਕਰਨ ਤਾਂ ਜਿਹੜੀ ਕਾਮਨਾ ਦੀ ਅਰਦਾਸ ਕਰਦੇ ਐ ਉਹ ਕਾਮਨਾ ਸਿੱਖਾਂ ਦੀ ਪੂਰੀ ਹੋ ਜਾਂਦੀ ਹੈ। ਸ਼ੁਭ ਦਿਨ ਪੁੱਛ ਕੇ ਲਿਓ ਠਹਿਰਾਏ। ਕਹਿੰਦੇ ਆਪਾਂ ਕੋਈ ਦਿਨ ਮੁਕਰਰ ਕਰ ਲਈਏ ਜਿਸ ਦਿਨ ਭਾਈ ਮੇਹਰ ਸਿੰਘ ਹੋਣੀ ਇੱਧਰ ਵਿਚਰਦੇ ਨੇ ਇਲਾਕੇ 'ਚ। ਸਿੰਘ ਕਹਿੰਦਾ ਵੀ ਭਾਈ ਮੇਹਰ ਸਿੰਘ ਜੀ ਦੇ ਨਾਲ ਤਿਆਰ ਬਰ ਤਿਆਰ ਸਿੰਘ ਨੇ, ਉਹਨਾਂ ਨੂੰ ਘਰੇ ਸੱਦਾਂਗੇ ਤੇ ਸੱਦ ਕੇ ਘਰ 'ਚ ਬੁਲਾ ਕੇ ਨਾਲੇ ਪ੍ਰਸ਼ਾਦਾ ਛਕਾ ਦੇਾਂਗੇ, ਦਸਵੰਧ ਦੀ ਮਾਇਆ ਉਹਨਾਂ ਨੂੰ ਭੇਟ ਕਰ ਦੇਾਂਗੇ, ਫਿਰ ਅਰਦਾਸਾਂ ਵੀ ਕਰਾਵਾਂਗੇ ਉਹਨਾਂ ਕੋਲੋਂ। ਦਿਓ ਸਿੱਖਨ ਕੋ ਬੋਲ ਪਠਾਏ। ਔਰ ਏਦਾਂ ਦਿਨ ਮੁਕਰਰ ਕਰਕੇ ਉਹਨਾਂ ਨੂੰ ਸੱਦਾ ਭੇਜ ਦਈਏ। ਸਿੱਖਨ ਕੋ ਚੈ ਚਰਨ ਘਰ ਪਾਇਓ। ਇਸ ਬਹਾਨੇ ਨਾਲ ਸਿੰਘਾਂ ਦੇ ਘਰ 'ਚ ਚਰਨ ਪੈ ਜਾਣਗੇ, ਨਾਲੇ ਪੁੰਨ ਨਾਲੇ ਫਲੀਆਂ। ਦਸਵੰਧ ਤਾਂ ਆਪਾਂ ਉਦਾਂ ਵੀ ਭੇਟਾ ਕਰਨਾ, ਬਹਾਨੇ ਨਾਲ ਸਿੰਘਾਂ ਦੇ ਘਰ 'ਚ ਚਰਨ ਪੈਣਗੇ, ਉਹ ਅਰਦਾਸਾਂ ਕਰਨਗੇ ਸਾਡਾ ਤੇ ਸਾਡੀ ਅਰਦਾਸ ਪ੍ਰਵਾਨ ਹੋਵੇਗੀ। ਕਲਗੀਧਰ ਜੀ ਸਾਨੂੰ ਪੁੱਤਰ ਦੀ ਦਾਤ ਦੇਣਗੇ। ਸਾਕ ਸ਼ਰੀਕੇ ਵੀ ਸਦ ਬੁਲਾਇਓ। ਉਸ ਦਿਨ ਬਹਾਨੇ ਨਾਲ ਜੋੜ ਮੇਲਾ ਵੀ ਕਰ ਲਈਏ, ਰਿਸ਼ਤੇਦਾਰ ਸੰਬੰਧੀ ਵੀ ਸੱਦ ਲਈਏ। ਭਾਈ ਮੇਹਰ ਸਿੰਘ ਹੋਣੀ ਆਉਣਗੇ, ਉਹ ਆ ਕੇ ਕੁਝ ਸਮਾਂ ਬਾਣੀ ਵੀ ਪੜ੍ਹ ਲੈਣਗੇ ਤੇ ਸਾਕ ਜਿੰਨੇ ਸ਼ਰੀਕੇ ਦੇ ਲੋਕ ਨੇ, ਰਿਸ਼ਤੇਦਾਰ ਨੇ, ਸੰਬੰਧੀ ਨੇ, ਵੀ ਇੱਕ ਏਦਾਂ ਪਰਿਵਾਰਕ ਸਮਾਗਮ ਕਰ ਲਵਾਂਗੇ। ਨਾਲੇ ਭਾਈ ਮੇਹਰ ਸਿੰਘ ਹੋਣੀ ਆ ਕੇ ਹਾਜ਼ਰੀ ਭਰ ਜਾਣਗੇ, ਨਾਲੇ ਜੋੜ ਮੇਲਾ ਵੀ ਹੋ ਜਾਏਗਾ। ਦੋਹਰਾ ਸਮੋ ਸਾਲ ਐਸੋ ਪਇਓ ਹੋਏ ਸਸੁਰੇ ਪਏ ਤਿਆਰ। ਕਹਿੰਦੇ ਸਮਾਂ ਆ ਗਿਆ। ਇਹਨਾਂ ਨੇ ਦਿਨ ਮੁਕਰਰ ਕੀਤਾ। ਭਾਈ ਮੇਹਰ ਸਿੰਘ ਹੋਣਾ ਨੂੰ ਸੁਨੇਹਾ ਭੇਜਿਆ ਵੀ ਫਲਾਣੇ ਦਿਨ ਆਪ ਜੀ ਨੇ ਆਉਣਾ ਸਾਡੇ ਘਰ ਤੇ ਆ ਕੇ ਪ੍ਰਸ਼ਾਦਾ ਛਕਣਾ, ਨਾਲੇ ਸਾਡੀ ਅਰਦਾਸ ਬੇਨਤੀ ਕਰਨੀ ਹੈ। ਜੋੜ ਮੇਲਾ ਵੀ ਰੱਖਿਆ, ਘਰ ਵਿੱਚ ਸੰਗਤ ਹੋ ਜਾਏਗੀ, ਰਿਸ਼ਤੇਦਾਰ ਸੰਬੰਧੀ ਵੀ ਆਉਣੇ ਆ। ਕਹਿਣ ਲੱਗੀ ਵੀ ਫਿਰ ਸਾਡੇ ਪਰਿਵਾਰ ਨੂੰ ਵੀ ਸੱਦੋ, ਜੇ ਤੁਸੀਂ ਆਪਣੇ ਪਰਿਵਾਰ ਦੇ ਜੀ ਸੱਦਣੇ ਆ ਤੇ ਮੇਰੇ ਪਰਿਵਾਰ ਦੇ ਜੀ ਵੀ ਬੁਲਾਓ। ਆਪਣੇ ਸਹੁਰੇ ਟੱਬਰ ਨੂੰ ਵੀ ਇਹਨਾਂ ਨੇ ਸੁਨੇਹਾ ਭੇਜਿਆ ਵੀ ਤੁਸੀਂ ਵੀ ਆ ਜਾਇਓ। ਰਸਤੇ ਮੈਂ ਉਨ ਗੁਰ ਮਿਲਿਓ ਖੜਕ ਸਿੰਘ ਗੰਗਿਆਰ। ਹੁਣ ਜਦੋਂ ਇਸ ਸਿੰਘ ਦਾ ਸਹੁਰਾ ਪਰਿਵਾਰ ਆਉਣ ਲੱਗਾ ਨਾ, ਉਹ ਤਾਂ ਆ ਰਹੇ ਸਨ ਵੀ ਆਪਣੀ ਧੀ ਦੇ ਘਰ, ਜਵਾਈ ਦੇ ਘਰ। ਰਸਤੇ ਵਿੱਚ ਗੰਗੂ ਸ਼ਾਹੀਆਂ ਦਾ ਜਿਹੜਾ ਗੁਰੂ ਸੀ ਨਾ ਖੜਕ ਸਿੰਘ, ਉਹਨਾਂ ਨੂੰ ਮਿਲ ਗਿਆ। ਉਹ ਵੀ ਗੰਗੂ ਸ਼ਾਹੀ ਹੀ ਸੀ, ਇਹਦੇ ਜਿਹੜੇ ਸਹੁਰਾ ਟੱਬਰ ਸੀ। ਉਹ ਖੜਕ ਸਿੰਘ ਉਹਨਾਂ ਨੂੰ ਰਸਤੇ 'ਚ ਮਿਲ ਗਿਆ ਤੇ ਉਹ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਆਪਣੀ ਧੀ ਰਾਣੀ ਦੇ ਘਰ ਚੱਲੇ ਆ, ਉਹਨਾਂ ਨੇ ਘਰ ਕੋਈ ਸਮਾਗਮ ਰੱਖਿਆ ਤੇ ਚਲੋ ਸਬੱਬੀ ਤੁਹਾਡਾ ਮੇਲਾ ਹੋ ਗਿਆ ਤੇ ਤੁਸੀਂ ਵੀ ਸਾਡੇ ਨਾਲ ਚੱਲੋ। ਹੁਣ ਉਹਨੂੰ ਇਹ ਨਹੀਂ ਸੀ ਪਤਾ ਵੀ ਸਹੁਰਾ ਪਰਿਵਾਰ ਵੀ ਤੇ ਉਹ ਖੜਕ ਸਿੰਘ ਕਹਿਣ ਲੱਗੇ ਜੀ ਆਪਾਂ ਉੱਥੇ ਚੱਲਾਂਗੇ ਤੇ ਜਿਹੜਾ ਸਾਡਾ ਜਵਾਈ ਭਾਈ ਆ ਉਹ ਗੁੰਮਰਾਹ ਹੋਇਆ, ਉਹ ਆ ਖਾਲਸੇ ਦੇ ਨਾਲ ਰਲਿਆ ਹੋਇਆ ਤੇ ਖੰਡੇ ਦੀ ਪੌਲ ਉਹਨੇ ਛਕੀ ਹੋਈ ਹੈ। ਤੇ ਖੜਕ ਸਿੰਘ ਨੂੰ ਕਹਿੰਦੇ ਬਾਬਾ ਜੀ ਤੁਸੀਂ ਉਹਨਾਂ ਨੂੰ ਆਪਣਾ ਚੇਲਾ ਬਣਾਇਓ, ਅਸੀਂ ਸਾਰੇ ਜਾਵਾਂਗੇ, ਅਸੀਂ ਸਹੁਰਾ ਪਰਿਵਾਰ ਆ ਉਹਦਾ, ਸਾਡਾ ਕਹਿਣਾ ਥੋੜੀ ਮੋੜੇਗਾ। ਉਹਦੇ ਤੇ ਆਪਾਂ ਜ਼ੋਰ ਪਾ ਕੇ ਤੇ ਕਿਸੇ ਤਰੀਕੇ ਉਹਨੂੰ ਗੰਗੂ ਸ਼ਾਹੀ ਆਉਣਾ। ਆਗੇ ਹੋ ਤੋ ਮੇਰ ਸਿੰਘ ਆਇਓ। ਅੱਗੇ ਤਿਆਰ ਬਰ ਤਿਆਰ ਨਿਹੰਗ ਸਿੰਘ ਸੀ ਭਾਈ ਮੇਹਰ ਸਿੰਘ, ਉਹ ਉਹਦੇ ਤੋਂ ਪਹਿਲਾਂ ਹੀ ਪਹੁੰਚਿਆ ਹੋਇਆ, ਸ਼ਸਤਰ ਗਾਤਰੇ ਤਲਵਾਰ ਪਾਈ ਹੋਈ, ਨੀਲੇ ਰੰਗ ਦੇ ਬਾਣੇ ਪਾਏ। ਭਾਈ ਮੇਹਰ ਸਿੰਘ ਨਾਲ 8-10 ਸਿੰਘ ਹੋਰ ਵੀ ਬੈਠੇ ਹੋਏ। ਜਦੋਂ ਖੜਕ ਸਿੰਘ ਅੰਦਰ ਵੜਿਆ, ਪਹਿਲਾਂ ਵੇਖਦਿਆਂ ਉਹਦੀ ਮਾਂ ਮਰ ਗਈ ਵੀ ਇਹ ਕਿੱਥੇ ਆਏ ਹੋਏ ਨੇ।
ਵੀ ਮੈਂ ਤਾਂ ਇੱਥੇ ਇਸ ਨੂੰ ਚੇਲਾ ਬਣਾਉਣ ਆਇਆ ਸੀ, ਪਤਾ ਲੱਗਾ ਨਾ ਵੀ ਚੰਗਾ ਸ਼ਾਹੂਕਾਰ ਹੈ, ਮਾਇਆ ਧਾਰੀ ਹੈ। ਤੇ ਮਾਇਆ ਧਾਰੀ ਚੇਲੇ ਕਿੱਥੇ ਲੱਭਦੇ ਇਹੋ ਜਿਹੇ ਕੱਚਿਆਂ ਪਿੱਲਿਆਂ ਨੂੰ, ਉਹ ਤਾਂ ਲੱਭਦੇ ਫਿਰਦੇ ਆ। ਤੇ ਉਹ ਆਇਆ ਤਾਂ ਚੇਲਾ ਬਣਾਉਣ ਸੀ। ਅੱਗੇ ਜਦੋਂ ਮੇਹਰ ਸਿੰਘ ਨੂੰ ਬੈਠਿਆਂ ਵੇਖਿਆ ਤੇ ਵੇਖ ਕੇ ਇੱਕ ਵਾਰੀ ਤਾਂ ਸੋਚਣ ਲੱਗ ਪਿਆ ਵੀ ਇਹ ਤਾਂ ਕੋਈ ਬਲਾ ਆਈ ਬੈਠੀ ਹੈ। 10 ਕੋ ਸਿੰਘਨ ਸਿਉ ਸ਼ਸਤਰ ਸਜਾਇਓ। ਮੇਹਰ ਸਿੰਘ ਸ਼ਸਤਰ ਧਾਰੀ ਸੀ, ਨਾਲ ਜਿਹੜੇ 10 ਸਿੰਘ ਸਨ ਉਹ ਵੀ ਸ਼ਸਤਰ ਧਾਰੀ ਹਨ। ਪਇਓ ਤਿਆਰ ਜਬ ਉਸੇ ਪ੍ਰਸਾਦ। ਇੰਨੇ ਨੂੰ ਪ੍ਰਸ਼ਾਦਾ ਜਦੋਂ ਤਿਆਰ ਹੋ ਗਿਆ, ਭਾਈ ਮੇਹਰ ਸਿੰਘ ਜੀ ਬਾਣੀ ਪੜ੍ਹ ਰਿਹਾ ਆਪਣੇ ਆਨੰਦ 'ਚ, ਉਹਨਾਂ ਨੇ ਨਹੀਂ ਪਰਵਾਹ ਕੀਤੀ ਕੌਣ ਆਇਆ ਕੌਣ ਨਹੀਂ ਆਇਆ। ਇਦਾਂ ਦੇ ਕਈ ਫਿਰਦੇ ਗੰਗੂ ਸ਼ਾਹੀਆਂ ਵਰਗੇ, ਖੜਗ ਸਿੰਘ ਵਰਗੇ, ਉਹ ਬੇਪਰਵਾਹ ਦੀ ਮੌਜ ਵਿੱਚ ਬਾਣੀ ਦੇ ਰੰਗ 'ਚ ਰੰਗਿਆ ਹੋਇਆ ਸਿੰਘ ਸੀ। ਉਹ ਆਪਣੇ ਆਨੰਦ 'ਚ ਬਾਣੀ ਪੜ੍ਹੀ ਜਾਂਦੇ ਨੇ। ਇੰਨੇ ਨੂੰ ਜਿਹੜੇ ਪਰਿਵਾਰ ਦੇ ਘਰ ਬੈਠੇ ਸੀ ਉਹਨੇ ਲੰਗਰ ਪ੍ਰਸ਼ਾਦਾ ਤਿਆਰ ਕਰਾ ਕੇ ਬੇਨਤੀ ਕੀਤੀ, ਜੀ ਲੰਗਰ ਤਿਆਰ ਹੋ ਗਿਆ। ਆਨ ਮਚਾਇਓ ਖੜਕ ਸਿੰਘ ਬਾਦ। ਇੰਨੇ ਨੂੰ ਖੜਗ ਸਿੰਘ ਪਹੁੰਚ ਗਿਆ। ਪ੍ਰਸ਼ਾਦਾ ਅਜੇ ਕੀ ਵਰਤਣਾ ਸੀ, ਉਹਨੇ ਆ ਕੇ ਉੱਥੇ ਝਗੜਾ ਪਾ ਲਿਆ, ਲੜਾਈ ਪਾ ਲਈ। ਕਇਓ ਉਹਨੇ ਚਰਨ ਪਾਹੁਲ ਲੀਵੇਂ। ਉਹਨੂੰ ਵੀ ਜਦੋਂ ਕਿਹਾ ਨਾ ਵੀ ਆਓ, ਖੜਗ ਸਿੰਘ ਨੂੰ ਵੀ ਉਹਨਾਂ ਆਖਿਆ ਵੀ ਚਲੋ ਮੇਰੇ ਸਹੁਰੇ ਟੱਬਰ ਦਾ ਗੁਰੂ ਆ ਗਿਆ ਤਾਂ ਹੁਣ ਘਰੋਂ ਥੋੜੀ ਕੱਢਣਾ। ਆਖਿਆ ਜੀ ਮਹਾਰਾਜ ਤੁਸੀਂ ਵੀ ਲੰਗਰ ਛਕੋ। ਉਹ ਅੱਗੋਂ ਆਖੇ ਵੀ ਮੈਂ ਤੇਰਾ ਲੰਗਰ ਤਾਂ ਛਕਣਾ ਹੈ ਜੇ ਤੂੰ ਮੇਰੇ ਚਰਨਾਂ ਦੀ ਪਹੁਲ ਛਕੇ, ਮੇਰਾ ਚੇਲਾ ਬਣੇ। ਮੈਂ ਨਹੀਂ ਏਦਾਂ ਤੇਰੇ ਘਰ ਦੀ ਰੋਟੀ ਖਾਣੀ। ਹੋਵੋ ਹਮ ਸਿੱਖ ਤਬ ਪ੍ਰਸਾਦ ਜੀਵੇਂ। ਜੇ ਤੂੰ ਮੇਰਾ ਸਿੱਖ ਬਣੇਗਾ, ਮੇਰਾ ਚੇਲਾ ਬਣੇਗਾ ਤਾਂ ਮੈਂ ਤੇਰਾ ਪ੍ਰਸ਼ਾਦ ਛਕਾਂਗਾ। ਉਹ ਤੋ ਜੋਰ ਵੱਡ ਸੋਹਰੇ ਵਾਰੀ। ਹੁਣ ਸਹੁਰੇ ਟੱਬਰ ਦਾ ਜ਼ੋਰ ਜ਼ਿਆਦਾ ਸੀ ਇਹਦੇ ਘਰ ਤੇ, ਪਰਿਵਾਰ ਦੇ ਉੱਤੇ। ਬੋਲ ਉਠੀ ਤਿਸ ਤਿਮਹੀ ਨਾਰੀ। ਉਹਦੀ ਜਿਹੜੀ ਸਿੰਘ ਦੀ ਘਰ ਵਾਲੀ ਸੀ ਉਹ ਵੀ ਕੋਲੋਂ ਝੱਟ ਬੋਲ ਪਈ, ਕਹਿੰਦੀ ਹਾਂ ਕਿ ਸਾਡੇ ਗੁਰੂ ਜੀ ਨੇ ਜੀ ਇਹ ਖੜਗ ਸਿੰਘ ਗੰਗੂ ਸ਼ਾਹੀਆਂ ਦੇ ਤੇ ਪਤੀ ਦੇਵ ਜੀ ਤੁਸੀਂ ਇਹਦੀ ਗੱਲ ਬੰਨੋ ਵੀ ਮੈਂ ਆਪਣਾ ਗੁਰੂ ਘਰੋਂ ਰੁੱਸ ਕੇ ਨਹੀਂ ਜਾਣ ਦੇਣਾ, ਵੀ ਜੋ ਪ੍ਰਸ਼ਾਦਾ ਛਕੇ ਬਿਨਾਂ ਨਹੀਂ ਜਾਣ ਦੇਣਾ। ਤੁਸੀਂ ਚਰਨ ਪੌਲੇ ਦੀ ਛਕ ਲਓ, ਕੀ ਹੋ ਜਾਂਦਾ। ਉਹ ਵੀ ਕੋਲੋਂ ਬੋਲ ਪਈ, ਆਪਣੇ ਪੇਕੇ ਪਰਿਵਾਰ ਦੀ ਗੱਲ 'ਚ ਹਾਮੀ ਭਰਨ ਲੱਗੀ। ਸਿੱਖ ਕਹੇ ਹਮ ਆਦ ਪਾਹੁਲ ਖੰਡੇ। ਹੁਣ ਉਹ ਸਿੰਘ ਕਹਿਣ ਲੱਗਾ ਵੀ ਭਾਗਵਾਨੇ ਤੈਨੂੰ ਪਤਾ ਹੈ ਵੀ ਮੈਂ ਖੰਡੇ ਦੀ ਪੌਲ ਪਹਿਲਾਂ ਹੀ ਛਕੀ ਹੋਈ ਹੈ। ਸੋਹਰੇ ਵੀ ਉਹਨੂੰ ਵੀ ਕਿਹਾ ਵੀ ਤੁਹਾਨੂੰ ਕਿਹੜਾ ਨਹੀਂ ਪਤਾ, ਤੁਸੀਂ ਵੀ ਜਾਣਦੇ ਹੋ ਇਸ ਗੱਲ ਨੂੰ ਕਿ ਮੈਂ ਤਾਂ ਖੰਡੇ ਦੀ ਪੌਲ ਪਹਿਲਾਂ ਹੀ ਛਕੀ ਹੋਈ ਹੈ। ਕਿ ਮੈਂ ਮੋੜੇ ਹਮ ਸਤਿਗੁਰ ਚੰਡੇ। ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਖੰਡੇ ਦੀ ਪੌਲ ਛਕਾ ਕੇ ਚੰਡਿਆ ਹੋਇਆ ਹੈ, ਅਸੀਂ ਵੀ ਆਪਣੇ ਗੁਰੂ ਦੇ ਚੰਡੇ ਹੋਏ ਆ, ਤੇ ਆਪਣੇ ਗੁਰੂ ਦੇ ਦਰੋਂ ਅਸੀਂ ਕਿਵੇਂ ਮੁੜ ਕੇ ਕੱਚੇ ਪਿੱਲੇ ਦੇ ਚੇਲੇ ਬਣੀਏ। ਉਹ ਸਿੰਘ ਨੇ ਅੱਗੋਂ ਜਵਾਬ ਦੇ ਦਿੱਤਾ, ਕਹਿੰਦਾ ਮੈਂ ਨਹੀਂ ਇਹਦਾ ਚੇਲਾ ਬਣਦਾ, ਮੈਂ ਨਹੀਂ ਇਹਦੀ ਚਰਨ ਪੌਲ ਇਹਦੇ ਖਰਾਬੜਿਆਂ ਦਾ ਪਾਣੀ ਪੀਣਾ। ਤ੍ਰਿਆ ਕਹੇ ਹਮੋ ਲਿਆਏ ਪੇਕੇ। ਹੁਣ ਇਹਦੀ ਘਰ ਵਾਲੀ ਨੇ ਅੱਗੋਂ ਕਲੇਸ਼ ਪਾ ਲਿਆ, ਕਹਿੰਦੀ ਮੇਰੇ ਪੇਕੇ ਲੈ ਕੇ ਆਏ ਨੇ, ਮੇਰਾ ਪੇਕਾ ਪਰਿਵਾਰ ਆਇਆ, ਆ ਮੇਰੇ ਭਰਾ ਆਏ ਨੇ, ਆ ਮੇਰਾ ਬਾਬੂ ਆਇਆ, ਆ ਮੇਰਾ ਫਲਾਣਾ, ਤੇ ਉਹ ਲੈ ਕੇ ਆਏ ਨੇ ਸਾਡੇ ਗੰਗੂ ਸ਼ਾਹੀਆਂ ਦੇ ਗੁਰੂ ਖੜਗ ਸਿੰਘ ਨੂੰ। ਹਮ ਚਾਹੀਏ ਉਨ ਅੱਗੇ ਮੱਥਾ ਟੇਕੇ। ਸਾਨੂੰ ਚਾਹੀਦਾ ਇਹਨਾਂ ਅੱਗੇ ਮੱਥਾ ਟੇਕਣਾ, ਇਹਨਾਂ ਅੱਗੇ ਬਹਿਸਬਾਜ਼ੀ ਨਹੀਂ ਕਰਨੀ। ਨਹੀਂ ਤਾਂ ਮੈਂ ਮਰ ਇਹਾਂ ਰਹੂੰਗੋ। ਫਿਰ ਬੋਲੀ, ਕਹਿੰਦੀ ਮੰਨ ਲੈ ਇਹਨਾਂ ਦੀ ਗੱਲ ਜਿਵੇਂ ਕਹਿੰਦੇ, ਨਹੀਂ ਤਾਂ ਮੈਂ ਲੱਗਣ ਲੱਗੀਆਂ ਤੇਰੇ ਸਿਰੇ, ਵੀ ਮੈਂ ਇੱਥੇ ਸੜ ਕੇ ਤੇ ਤੇਰੇ ਸਿਰੇ ਲੱਗ ਜਾਣਾ। ਕਹਿ ਜਾਂਦੀਆਂ ਸਾਰੀ ਪੰਚਾਇਤ ਨੂੰ, ਲੋਕਾਂ ਨੂੰ ਵੀ ਮੈਂ ਆਪਣੇ ਪਤੀ ਨੂੰ ਦੁਖੀ ਹੋ ਕੇ ਮਰਨ ਲੱਗੀਆਂ, ਤੇ ਫਿਰ ਹਿਸਾਬ ਲਾ ਲੈ ਤੇਰਾ ਕੀ ਬਣਨਾ। ਕਲੇਸ਼ਣ ਸੀ। ਮਹਾਰਾਜ ਜੀ ਦੇ ਬਚਨ ਨੇ ਨਾ, ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਨਹੀਂ ਘਰ ਨਾ ਹਰੇ ਆਈ। ਉਦਾਂ ਦੀ ਸੀ ਵੀ ਪਾਣੀ ਮੰਗੇ ਪਤੀ ਤੇ ਅੱਗੋਂ ਆਖੇ ਹੱਥ ਟੁੱਟੇ ਨੇ, ਆਪ ਭਰ ਕੇ ਪੀ ਲਾ, ਵੀ ਮੇਰਾ ਤਾਂ ਨਾਟਕ ਲੱਗਾ ਮੈਂ ਵੇਖਣਾ। ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਨਹੀਂ ਘਰ ਨਾਹਰ, ਕਹਿੰਦੇ ਨਾਰ ਨਹੀਂ ਨਾਹਰ ਹੋ ਗਈ। ਉਹ ਕਹਿਣ ਲੱਗੀ, ਉਹਨੇ ਕਿਹਾ ਵੀ ਮੈਂ ਤੈਨੂੰ ਨਹੀਂ ਰੋਕਦਾ, ਤੂੰ ਗੰਗੂ ਸ਼ਾਹੀ ਹੈ, ਤੂੰ ਉਹਨੂੰ ਜਾ ਕੇ ਤੂੰ ਮੱਥਾ ਟੇਕ, ਨਹੀਂ ਜੋ ਮਰਜ਼ੀ ਕਰਨੀ, ਮੈਨੂੰ ਤਾਂ ਨਾ ਰੋਕ। ਮੈਂ ਕਲਗੀਧਰ ਪਾਤਸ਼ਾਹ ਦੀ ਪੌਲ ਛਕੀ ਆ, ਮੈਂ ਨਹੀਂ ਇਹਦੇ ਪੈਰਾਂ ਦਾ ਪਾਣੀ ਪੀਣਾ। ਉਹ ਕਹਿਣ ਲੱਗੀ ਵੀ ਜੇ ਨਹੀਂ ਪੀਣਾ ਮੇਰੇ ਪੇਕਿਆਂ ਦੀ ਘਰੋਂ ਬੇਇੱਜ਼ਤੀ ਕਰਕੇ ਉਠਾਏਗਾ।
ਮੇਰੇ ਪਿਓ ਦੀ ਪੱਗ ਲਾਹ ਕੇ ਟੋਰੇਗਾ ਇੱਥੋਂ? ਮੈਂ ਤਾਂ ਇੱਥੇ ਸੜ ਕੇ ਮਰ ਜਾਣਾ, ਤੇਰੇ ਸਿਰੇ ਲੱਗ ਜਾਣਾ। ਕੀਤਾ ਕਰਾਇਆ ਸਭ ਬਿਥਾਰ ਸੋ ਦਿਉਂਗੋ। ਆ ਜਿਹੜਾ ਤੇਰਾ ਇੱਥੇ ਕੀਤਾ ਕਰਾਇਆ ਨਾ, ਰੋਟੀਆਂ ਪਕਾਈਆਂ, ਆ ਕੀਤਾ ਪ੍ਰੋਗਰਾਮ, ਇੱਥੇ ਹੀ ਧਰੇ ਦਾ ਧਰਿਆ ਰਹਿ ਜਾਣਾ। ਤ੍ਰਿਆ ਆਈ ਤ੍ਰਿਆ ਕੇ ਹੱਠ। ਉਹ ਤ੍ਰਿਆ ਨੇ, ਇਸਤਰੀ ਨੇ ਆਪਣਾ ਪੂਰਾ ਹੱਠ ਕਰ ਲਿਆ ਅੱਗੋਂ। ਪਈ ਸਿੱਖ ਕੋ ਔਖੀ ਸੱਟ। ਹੁਣ ਸਿੱਖ ਵਾਸਤੇ ਔਖਾ ਹੋ ਗਿਆ ਵੀ ਕਰਾਂ ਕਿ ਘਰ ਉਜੜਦਾ, ਪਰਿਵਾਰ ਉਜੜਦਾ। ਇੱਕਦਮ ਉਹ ਸਿੱਖ ਦੇ ਮਨ 'ਚ ਬੜੀ ਡਾਢੀ ਚਿੰਤਾ ਆ ਗਈ। ਜਿਵੇਂ ਸਰਪ ਚਕੁੰਦਰ ਫਰੇ। ਏਦਾਂ ਗੱਲ ਬਣ ਗਈ ਜਿਵੇਂ ਸੱਪ ਜਿਹੜਾ ਨਾ ਚਕਚੁੰਦਰ ਫੜ ਲਵੇ, ਚਚੁੰਦਰ ਨੂੰ ਉਹ ਮੂੰਹ ਵਿੱਚ ਖਾ ਲਵੇ, ਪਾ ਲਵੇ। ਛੱਡੇ ਲੱਜੈ ਉਹ ਖਾਏ ਅੰਧ ਮਰੇ। ਜੇ ਛੱਡੇ ਤੇ ਅੰਨਾ ਹੁੰਦਾ, ਖਾਵੇ ਤੇ ਉਹਨੂੰ ਕੋੜ ਪੈਂਦਾ। ਉਹ ਗੱਲ ਹੋ ਗਈ ਸਿੱਖ ਨਾਲ ਵੀ ਹੁਣ ਕਰਾਂ ਕੀ? ਘਰ ਵਾਲੀ ਦੀ ਮੰਨਦਾ ਤੇ ਗੁਰੂ ਵੱਲੋਂ ਜਾਣਾ, ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਅੰਮ੍ਰਿਤ ਦੇ ਉੱਤੇ ਪੱਕਾ ਰਹਿਣਾ ਤੇ ਇਧਰੋਂ ਘਰ ਉਜੜਦਾ। ਹੁਣ ਕਰਾਂ ਤਾਂ ਕਰਾਂ ਕੀ? ਉਹ ਸਿੱਖ ਵਾਸਤੇ ਸੰਜਮੀ ਸਿੱਖ ਸੀ, ਇੱਕਦਮ ਉਹਦੇ ਲਈ ਵੱਡੀ ਸਮੱਸਿਆ ਬਣ ਗਈ। ਸਸੁਰਾ ਪੀਉਸ ਇਮਹੀ ਕਏ। ਉਹਦਾ ਜਿਹੜਾ ਸਸੁਰਾ ਯਾਨੀ ਕਿ ਸਹੁਰਾ, ਉਹ ਵੀ ਕੋਲੋਂ ਇਹੀ ਕਹੇ, ਕਹਿੰਦਾ ਠੀਕ ਆ, ਇਦਾਂ ਹੀ ਕਰਨਾ ਪਏਗਾ ਤੈਨੂੰ। ਲੈ ਚਰਨ ਪਾਉਲ ਤੋਂ ਹਮ ਇਤਰਏ। ਇਹ ਸਾਡੇ ਬਾਬਾ ਜੀ ਨੇ, ਇਹਦੀ ਚਰਨ ਪੌਲ ਲਏਗਾ ਤੇ ਮੈਂ ਤਾਂ ਤੇਰੇ ਘਰ ਬਹਿਣਾ, ਨਹੀਂ ਤਾਂ ਅਸੀਂ ਚੱਲੇ ਆ ਉੱਠ ਕੇ। ਦੱਸ ਹੁਣ ਤੂੰ ਸਾਡੀ ਰੱਖਣੀ ਐ ਕਿ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਖੰਡੇ ਦੀ ਪੌਲ ਛਕੀ ਆ ਉਹ ਰੱਖਣੀ ਐ? ਜੇ ਰਿਸ਼ਤੇਦਾਰੀ ਬਚਾਣੀ ਐ ਤੇ ਫਿਰ ਸਾਡਾ ਜਿਹੜਾ ਇਹ ਬਾਬਾ ਆਇਆ, ਇਹਦੇ ਪੈਰ ਧੋ ਕੇ ਚਰਨ ਪੌਲ ਤੈਨੂੰ ਲੈਣੀ ਪੈਣੀ ਐ। ਭਾਈ ਸਿੱਖ ਕੋ ਔਖੀ ਗੱਲ। ਹੁਣ ਸਿੱਖ ਵਾਸਤੇ ਔਖੀ ਗੱਲ। ਭਾਈ ਮੇਹਰ ਸਿੰਘ ਜੀ ਪਹਿਲਾਂ ਇੱਕ ਪਾਸੇ ਬੈਠੇ, ਉਹ ਬਾਣੀ ਪੜ੍ਹੀ ਜਾਂਦੇ ਆ, ਵੇਖੀ ਜਾਂਦੇ ਆ ਵੀ ਇਹ ਕਰਤੂਤਾਂ ਕੀ ਪੇ ਕਰਦੇ ਆ। ਉਹ ਹਲੇ ਸ਼ਾਂਤ ਬੈਠੇ ਆ ਭਾਈ ਮੇਹਰ ਸਿੰਘ ਜੀ, ਤੇ ਉਹਨਾਂ ਦੇ ਨਾਲ 8-10 ਸਿੰਘ ਬੈਠੇ ਸੀ। ਉਹ ਵੇਖ ਰਹੇ ਨੇ ਵੀ ਹਾਲੇ ਪਰਿਵਾਰਕ ਮਸਲਾ ਚੱਲਦਾ, ਹਲੇ ਠਹਿਰ ਕੇ ਗੱਲ ਕਰਦੇ ਆ, ਪਹਿਲਾਂ ਇਹਨਾਂ ਨੂੰ ਕਰ ਲੈਣ ਦਿਓ। ਹਾਂਜੀ। ਕਰੀ ਭਲੀ ਥੀ ਭਾਈ ਬਿਲਾਲ। ਸਿੰਘ ਸੋਚ ਰਿਹਾ ਮਨ 'ਚ ਮਨ, ਬੜੀ ਚਿੰਤਾ। ਉਹ ਹੁਣ ਜ਼ਮੀਨ ਵੱਲ ਵੇਖੀ ਜਾਵੇ ਵੀ ਮੈਂ ਤਾਂ ਭਲੇ ਦਾ ਕੰਮ ਕੀਤਾ ਸੀ, ਵੀ ਸਿੰਘ ਆਉਣਗੇ ਘਰ 'ਚ, ਪ੍ਰਸ਼ਾਦਾ ਛਕਾਵਾਂਗੇ, ਅਰਦਾਸ ਬੇਨਤੀ ਕਰਾਵਾਂਗੇ ਤੇ ਸਾਡੀ ਵੇਲ ਵਧੇਗੀ। ਪਰ ਇਹ ਤਾਂ ਕੁਝ ਹੋਰ ਹੀ ਹੋ ਗਿਆ, ਇੱਥੇ ਤਾਂ ਮਸਲਾ ਹੀ ਹੋਰ ਉਲਟ ਹੋ ਗਿਆ। ਤਬ ਖਾਲਸੇ ਕੋ ਗੁੱਸਾ ਆਇਆ। ਜਦੋਂ ਸਿੰਘ ਨਾਲ ਧੱਕਾ ਕਰਨ ਲੱਗ ਪਏ ਨਾ ਸਾਰੇ ਪਰਿਵਾਰ ਦੇ ਜੀ ਵੀ, ਉਹਦੇ ਸਹੁਰੇ ਟੱਬਰ ਦੇ ਵੀ, ਬਾਹ ਫੜ ਫੜ ਕੇ, ਨਹੀਂ ਸਾਡੀ ਮੰਨ, ਸਾਲੇ ਉੱਠ ਕੇ ਆਖਣ ਸਾਡੀ ਮੰਨ, ਘਰ ਵਾਲੀ ਕਹੇ ਮੇਰੀ ਮੰਨ। ਹੁਣ ਸਿੰਘ ਵਿਚਾਰਾ ਵੇਖੀ ਜਾਏ ਵੀ ਕੀ ਕਰਾਂ। ਫਿਰ ਭਾਈ ਮੇਹਰ ਸਿੰਘ ਹੋਣਾ ਨੂੰ ਤੇ ਨਾਲ ਦੇ ਸਿੰਘਾਂ ਨੂੰ ਵੀ ਬੀਰਸ ਆ ਗਿਆ ਵੀ ਜਬਰੀ ਆਪਣਾ ਧਰਮ ਕਿਸੇ ਤੇ ਥੋਪਣਾ, ਜਬਰੀ ਇਹ ਜ਼ੁਲਮ ਹੁੰਦਾ ਹੈ। ਉਹ ਰੰਗ ਜੇ ਭਾਵੇਂ ਸੋਚਦਾ ਸੀ ਵੀ ਮੈਂ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ, ਉਹ ਪ੍ਰਚਾਰ ਨਹੀਂ ਸੀ, ਜ਼ੁਲਮ ਸੀ, ਜਬਰੀ ਥੋਪ ਰਿਹਾ ਸੀ। ਭਾਈ ਮੇਹਰ ਸਿੰਘ ਹੋਣੀ ਤੇ ਜਿੰਨੇ ਸਿੰਘ ਨਾਲ ਸਨ ਫਿਰ ਉਹ ਵੀ ਗੁੱਸੇ ਵਿੱਚ ਆ ਗਏ, ਬੀਰਸ ਵਿੱਚ ਆ ਗਏ ਵੀ ਸਾਡੇ ਭਰਾ ਆ ਸਿੰਘ ਅੰਮ੍ਰਿਤਧਾਰੀ, ਉਹਦੇ ਨਾਲੇ ਧੱਕਾ ਕਰਦੇ ਨੇ। ਬਾਂਧ ਕਮਰ ਸਾਜ ਲੜਨ ਬਣਾਇਆ। ਗੱਲ ਕੀ ਸਿੰਘ ਉੱਠ ਕੇ ਕਮਰ ਕੱਸਾ ਕਰਕੇ ਖਲੋ ਗਏ ਤੇ ਖਲੋ ਕੇ ਤਿਆਰ ਬਰ ਤਿਆਰ ਹੋ ਕੇ ਲੜਨ ਦਾ ਉਹਨਾਂ ਨੇ ਪੂਰਾ, ਵੀ ਹੁਣ ਗੱਲ ਸਿਰੋਂ ਨਿਕਲ ਗਈ ਹੈ ਵੀ ਬੋਲ ਬਾਣੀ ਨਾਲ, ਚਰਚਾ ਨਾਲ ਤਾਂ ਇਹਨਾਂ ਨੇ ਮੰਨਣਾ ਨਹੀਂ, ਵੀ ਹੁਣ ਤਾਂ ਤਲਵਾਰ ਨਾਲ ਹੀ ਫੈਸਲਾ ਕਰਨਾ ਪੈਣਾ। ਜੋ ਜੀਵੇ ਸੋ ਸਿੱਖ ਕਰਾਵੇ। ਕਹਿਣ ਲੱਗੇ ਉਹ ਖੜਗ ਸਿਆ, ਮੇਹਰ ਸਿੰਘ ਬੋਲੇ, ਉਹ ਗੰਗੂ ਸ਼ਾਹੀਆ ਸੁਣ, ਗਾਤਰੇ ਸ਼੍ਰੀ ਸਾਹਿਬ ਮੈਂ ਪਾਈ ਆ, ਤਿਆਰ ਬਰ ਤਿਆਰ ਆ, ਤੇਰੇ ਕੋਲ ਨਹੀਂ ਤਾਂ ਮੰਗਾ ਲੈ। ਆਪਾਂ ਦੋ ਦੋ ਹੱਥ ਕਰ ਲਈਏ ਆਮੋ ਸਾਹਮਣੇ, ਜਿਹੜਾ ਜਿਉਂਦਾ ਬਚੇਗਾ ਇਹਨੂੰ ਸਿੱਖ ਬਣਾ ਲਏਗਾ। ਜੇ ਅਸੀਂ ਜਿਉਂਦੇ ਰਹਿ ਗਏ ਤੇ ਫਿਰ ਤਾਂ ਉਹ ਹੈ ਹੀ ਆ ਸਿੰਘ, ਜੇ ਤੂੰ ਸਾਨੂੰ ਮਾਰ ਦਿੱਤਾ ਤੇ ਫਿਰ ਤੂੰ ਇਹਨੂੰ ਆਪਣਾ ਚੇਲਾ ਬਣਾ ਲਈ। ਆ ਫੈਸਲਾ ਹੁਣ ਆਪਾਂ ਲੜ ਕੇ ਕਰੀਏ, ਏਦਾਂ ਗੱਲ ਨਹੀਂ ਬਣਨੀ। ਜੋ ਮਰੇ ਕਿਆ ਪਾਹੁਲ ਦਿਵਾਵੇ। ਤੇ ਜਿਹੜਾ ਮਾਰੀ ਗਿਆ ਫਿਰ ਉਹ ਪੌਲ ਕਿਵੇਂ ਪਿਆਏਗਾ ਇਹ ਵੀ ਯਾਦ ਰੱਖੀ, ਕਿਉਂਕਿ ਇਹ ਫੈਸਲਾ ਖਾਲਸਾ ਕਰਕੇ ਕਹਿ ਰਿਹਾ, ਇਹ ਹਵਾ ਦੀਆਂ ਗੱਲਾਂ ਨਹੀਂ ਵੀ ਜਿਹੜੀਆਂ ਹਵਾ 'ਚ ਹੀ ਉੱਡ ਜਾਣੀਆਂ।
ਇਹ ਯਾਦ ਰੱਖੀ, ਜੇ ਮਾਰੀ ਗਿਆ ਤੇ ਫਿਰ ਪੌਲ ਕਿਵੇਂ ਪਿਆਵੇਂਗਾ। हमरा तुमरा यही करार, ਸਾਡਾ ਤੇਰਾ ਇਹੀ ਕਰਾਰ ਹੈ। ਲਿਖਣਾ ਤੇ ਲਿਖ ਲੈ, ਨਹੀਂ ਲਿਖਣਾ ਤੇ ਮਰਦਾਂ ਦੀ ਜ਼ੁਬਾਨ ਹੈ ਕਿ ਜਿਹੜਾ ਜਿਉਂਦਾ ਰਹੇਗਾ ਉਹ ਚੇਲਾ ਬਣਾ ਲੇਗਾ ਇਹਨੂੰ ਆਪਣਾ। ਹਾਂਜੀ, हम आए तुम करो संभार, ਅਸੀਂ ਆਏ ਆ ਤਿਆਰ ਬਰ ਤਿਆਰ ਹੋ ਕੇ, ਤੂੰ ਆਪਣਾ ਆਪ ਸੰਭਾਲ। ਜੇ ਲੜਨ ਨੂੰ ਤਿਆਰ ਹੈ ਤਾਂ ਆ ਜਾ, ਫਿਰ ਦੋ ਹੱਥ ਕਰ ਲੈ। दोहरा एती सुन ससुरे नठे, लियो खड़कै सिंह चढ़ा। ਰਹਿ ਗਿਆ ਖੜਗ ਸਿੰਘ ਵੀ ਇਹ ਸ਼ਸਤਰ ਧਾਰੀ ਨੇ, ਨਿਹੰਗ ਸਿੰਘ ਨੇ ਬਾਣੇ 'ਚ। ਉਹ ਇੱਕਦਮ ਦੌੜ ਗਏ ਪਹਿਲਾਂ ਪਿੱਛੇ, ਤੇ ਖੜਗ ਸਿੰਘ ਨੂੰ ਕਹਿੰਦੇ ਚੱਲ ਚੱਲ ਛੇਤੀ ਚੱਲ ਤੂੰ ਵੀ। ਇੱਕ ਦੋ ਜਿਹੜੇ ਪਿੱਛੇ ਰਹਿ ਗਏ ਉਹ ਕਹਿੰਦੇ ਚਲੋ ਚਲੋ ਮਹਾਰਾਜ, ਜਿਉਂਦੇ ਰਹਾਂਗੇ ਤੇ ਹੋਰ ਚੇਲੇ ਬਣਾ ਲਾਂਗੇ, ਜੇ ਮਰ ਗਏ ਤੇ ਕਾਹਦੇ ਚੇਲੇ। ਚਲੋ ਚਲੋ, ਕਿਤੇ ਖਰਾਬੜੇ ਤੁਹਾਡੇ ਇੱਥੇ ਹੀ ਨਾ ਪਏ ਰਹਿ ਜਾਣ, ਤੇ ਚਰਨ ਪੌਲ ਛਕਾਣੋਂ ਵੀ ਜਾਓ। जाए मेर सिंह अगे खड़ियो, न लड़े बिना नठ जाए। ਇਹ ਜਾਣ ਲੱਗਿਆ ਤਾਂ ਭਾਈ ਮੇਹਰ ਸਿੰਘ ਮਾਰ ਕੇ ਛਾ ਲੱਗੇ ਆ ਗਏ। ਕਹਿੰਦੇ ਏਦਾਂ ਨਹੀਂ ਵੀ ਜਾਣ ਦੇਣਾ, ਹੁਣ ਏਦਾਂ ਥੋੜੀ ਹੁਣ ਭੱਜ ਕੇ ਜਾਓਗੇ ਤੁਸੀਂ ਦੂਸਰੇ ਪਿੰਡ ਜਾ ਕੇ ਫੇਰ ਆਖੋਗੇ ਅਸੀਂ ਖਾਲਸੇ ਨੂੰ ਹਰਾ ਕੇ ਆ ਗਏ ਆ। ਅੱਗੇ ਵੀ ਇਦਾਂ ਹੀ ਕਰਦੇ ਸੀ। ਕਹਿੰਦੇ ਰੋਜ਼ ਰੋਜ਼ ਦਾ ਆਪਾਂ ਟੈਂਟਾ ਹੀ ਮੁਕਾ ਦੇਣਾ, ਆ ਨਹੀਂ ਵੀ ਤੁਸੀਂ ਹੁਣ ਇੱਥੋਂ ਭੱਜ ਜਾਓ ਦੂਜੇ ਪਿੰਡ ਫਿਰ ਸਾਨੂੰ ਜਾ ਕੇ ਟੱਕਰ ਜੋ, ਉੱਥੇ ਫਿਰ ਰੌਲਾ ਪਾਓ ਅਸੀਂ ਖਾਲਸੇ ਨੂੰ ਹਰਾ ਦਿੱਤਾ। ਏਦਾਂ ਨਹੀਂ, ਹੁਣ ਫੈਸਲਾ ਕਰਕੇ ਹੀ ਜਾਓ। जो पई फड़ शमशेर सिंह गए खलोए, ਬਾਕੀ ਸਿੰਘ ਵੀ ਤਲਵਾਰਾਂ ਫੜ ਕੇ ਖਲੋ ਗਏ। खड़ग सिंह मुड़ वड़ियो तोए। ਖੜਗ ਸਿੰਘ ਫਿਰ ਵਾਪਸ ਮੁੜ ਕੇ ਆਉਣਾ ਹੀ ਪਿਆ, ਪਤਾ ਵੀ ਜੇ ਗਿਆ ਤੇ ਹੁਣ ਅੱਗੋਂ ਫਿਰ ਇਹਨਾਂ ਨੇ ਝਟਕਣਾ। ਉਹ ਮੁੜ ਕੇ ਵਾਪਸ ਆਇਆ। सिंह 21 के बिन होए। ਇਹਨਾਂ ਨੇ ਆਖਿਆ ਵੀ ਬਸ ਹੁਣ 21 ਕਰ ਦੇਣੀਆਂ, ਵੀ ਨਤਾਰਾ ਰੋਜ਼ ਰੋਜ਼ ਦੀ ਜਿਹੜੀ ਲੜਾਈ ਆ ਮੁਕਾ ਦੇਣੀ ਹੈ। रहे कैसे लड़ जीवत दोए। ਹੁਣ ਸੋਚਦੇ ਆ ਵੀ ਲੜ ਕੇ ਕਿਵੇਂ ਜਿਉਂਦੇ ਰਹਿਣਗੇ। ਸੋਹਰਿਆਂ ਦੇ ਕੈ ਮੁਖ ਪਏ ਪੀਲੇ। ਉਧਰ ਜਿਹੜਾ ਉਹ ਸਿੱਖ ਸੀ ਉਹ ਸੋਚੀ ਜਾਏ ਵੀ ਉਧਰ ਸਿੰਘ ਵੀ ਲੜ ਪਏ ਜਿਹਦੇ ਘਰ ਆਏ ਸੀ ਵੀ ਮੇਰੇ ਤੇ ਵੀ ਪਾਪ ਹੈ ਵੀ ਮੈਂ ਘਰ ਸੱਦ ਕੇ ਬੰਦੇ ਮਰਵਾਵਾਂ। ਜੇ ਕੋਈ ਸਿੰਘ ਮਰ ਗਿਆ ਸ਼ਹੀਦ ਹੋ ਗਿਆ ਤਾਂ ਮੇਰੇ ਤੇ ਕਲੰਕ ਤਾਂ ਮੇਰੇ ਤੇ ਪੈਣਾ ਨਾ। ਤੇ ਉਧਰ ਵੇਖਿਆ ਵੀ ਉਹਨਾਂ ਦੇ ਸਹੁਰਿਆਂ ਵੱਲ ਪਹਿਲਾਂ ਆਪਣਿਆਂ ਵੱਲ ਮੂੰਹ ਮਾਰ ਕੇ ਵੇਖਿਆ। ਸਿੰਘ ਨੇ ਵੇਖਿਆ ਸਾਰਿਆਂ ਦੇ ਰੰਗ ਜਿਵੇਂ ਡੱਡੂ ਨਹੀਂ ਹੁੰਦਾ ਪੀਲੇ ਰੰਗ ਦਾ, ਏਦਾਂ ਪੀਲੇ ਪਏ ਹੋਏ ਸਹਿਮੇ ਹੋਏ। ਪਾਉਣ ਲਗੇ ਸਦ ਵਿੱਚ ਵਸੀਲੇ। ਉਹੋ ਵਿੱਚ ਬੰਦੇ ਪਾ ਕੇ ਨਾ ਵੱਖੋ ਵੱਖਰੇ ਹੋ ਗਏ, ਗੱਲਬਾਤ ਪਾ ਕੇ ਵਿੱਚ ਹੁਣ ਵਕੀਲ ਪਾ ਕੇ ਵੀ ਫੈਸਲਾ ਕਰ ਲਈਏ ਕਿਸੇ ਤਰੀਕੇ। ਸਿੰਘ ਕਹਿੰਦੇ ਅਸੀਂ ਜਾਣ ਨਹੀਂ ਦੇਣਾ, ਹੁਣ ਤੁਸੀਂ ਫੈਸਲਾ ਅੱਜ ਹੀ ਕਰੋ, ਜਾਂ ਲੜੋ ਤੇ ਜਿਹੜਾ ਜਿੱਤੇਗਾ ਉਹ ਬਣਾ ਲੇਗਾ ਚੇਲਾ ਆਪਣਾ। ਹੁਣ ਥੋੜੇ ਜਿਹੇ ਪਾਸੇ ਜੀ ਕਰਕੇ ਇੱਧਰ ਭਾਈ ਮੇਹਰ ਸਿੰਘ ਹੋਣਾ ਨੂੰ ਕਿਸੇ ਵਿੱਚ ਸਿਆਣੇ ਬੰਦਿਆਂ ਨੇ ਬਿਠਾਇਆ, ਉਧਰ ਉਹਨਾਂ ਨੂੰ ਬਿਠਾਇਆ ਤੇ ਵਿੱਚ ਵਕੀਲ ਪਾ ਕੇ ਤੇ ਆਪੋ ਵਿੱਚ ਫੈਸਲਾ ਕਰਨ ਲੱਗੇ। ਸਿੰਘ ਕਹੇ ਹਮ ਛੱਡ ਨੈ ਜਾਵੇਂ। ਸਿੰਘ ਤਿਆਰ ਬਰ ਤਿਆਰ ਕਹਿੰਦੇ ਅਸੀਂ ਤਾਂ ਨਹੀਂ ਛੱਡ ਕੇ ਜਾਂਦੇ, ਅਸੀਂ ਜੇ ਗਏ ਤੇ ਇਹਨਾਂ ਨੇ ਪ੍ਰਚਾਰ ਕਰਨਾ ਵੀ ਸਿੰਘ ਨੱਠ ਗਏ ਨੇ। ਹਾਂਜੀ, ਹਮ ਦੇਖਤ ਕਿਤ ਮੰਜੀਆਂ ਲਾਵੇਂ। ਅਸੀਂ ਵੇਖਦੇ ਆ ਕਿਵੇਂ ਬਹਿੰਦਾ ਮੰਜੀ ਲਾ ਕੇ ਖੜਗ ਸਿੰਘ ਹੁਣ। ਇਹਦੀਆਂ ਮੰਜੀ ਲਾਣ ਦੀਆਂ ਮੰਜੀ ਦੀਆਂ ਲੱਤਾਂ ਦਾ ਭੰਨਾਂਗੇ, ਨਾਲ ਇਹਦੀਆਂ ਵੀ ਭੰਨਾਂਗੇ। ਵੇਖਦੇ ਆ ਕਿਵੇਂ ਸਾਡੇ ਬਰਾਬਰ ਜਿੱਥੇ ਖਾਲਸੇ ਦਾ ਦਰਬਾਰ ਹੁੰਦਾ ਉੱਥੇ ਆਪਣੀ ਮੰਜੀ ਬਰਾਬਰ ਲਾ ਕੇ ਬਹਿੰਦਾ ਹੈ। ਦੋਹਰਾ ਤਬੇ ਵਕੀਲ ਨੇ ਆਕਿਓ, ਤੁਮ ਇਹਾਂ ਸ਼ਾਂਤ ਬਰਤਾਓ। ਵਿੱਚ ਵਕੀਲ ਬਣ ਗਏ। ਵਕੀਲ ਦਾ ਮਤਲਬ ਜਿਹੜੇ ਦੋਹਾਂ ਪਾਸਿਓਂ ਫੈਸਲਾ ਕਰਾਉਣ ਵਾਲੇ। ਉਹ ਕਹਿੰਦੇ ਖਾਲਸਾ ਜੀ ਤੁਸੀਂ ਸਿੰਘ ਦੇ ਘਰ ਆਏ ਹੋ, ਉਹਨੇ ਸ਼ਰਧਾ ਨਾਲ ਸੱਦਿਆ ਤੁਹਾਨੂੰ ਘਰ 'ਚ, ਤੇ ਇੱਥੇ ਆ ਕੇ ਖੂਨ ਖਰਾਬਾ ਹੋਵੇ, ਉਹਦੇ ਵੀ ਸਹੁਰੇ ਪਰਿਵਾਰ ਦੇ ਜੀ ਨੇ ਵੀ ਚੰਗਾ ਨਹੀਂ ਲੱਗਦਾ। ਇੱਦਾਂ ਲੜਾਈ ਹੋਵੇਗੀ ਤੇ ਸ਼ਾਂਤੀ ਦੇ ਨਾਲ ਮਤੇ ਨਾਲ ਵਿਚਾਰ ਕਰੋ। ਔਰ ਜਗਾ ਤੁਮ ਜਾਏ ਕੈ ਇੱਕ ਦੋ ਇੱਕ ਕਰਾਓ। ਵੀ ਜੇ ਲੜਨਾ ਹੀ ਆ ਤੇ ਖੜਗ ਸਿੰਘ ਨੇ ਵੀ ਟੁਰ ਜਾਣਾ ਇੱਥੋਂ, ਤੁਸੀਂ ਵੀ ਚਲੇ ਜਾਣਾ, ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਤੁਸੀਂ ਜੇ ਲੜਨਾ ਤੇ ਖੂਬ ਲੜੋ, ਪਰ ਘਟੋ ਘੱਟ ਇਸ ਸਿੰਘ ਦੇ ਘਰ ਲੜਾਈ ਨਾ ਕਰੋ। ਸਿੱਖ ਸਿੱਖਨ ਏਕਾ ਕੀਏ, ਗੱਲ ਇਮਦਈ ਠਹਿਰਾਏ। ਅਖੀਰ ਨੂੰ ਜਿਹੜਾ ਉਹ ਸਿੰਘ ਸੀ ਉਹਨੂੰ ਭਾਈ ਮੇਹਰ ਸਿੰਘ ਨੇ ਸੱਦਿਆ। ਕਹਿੰਦੇ ਹਾਂ ਸਿੰਘਾ ਤੂੰ ਦੱਸ ਵੀ ਤੇਰੇ ਘਰ ਆਏ ਆ, ਤੇਰੇ ਸੱਦੇ ਤੇ ਆਏ ਆ,
ਤੂੰ ਗੱਲਬਾਤ ਕਰ। ਉਹਨੇ ਆਖਿਆ ਮਹਾਰਾਜ ਮੈਂ ਖਾਲਸੇ ਦਾ ਹਿੱਸਾ ਹਾਂ, ਖਾਲਸੇ ਦਾ ਦਾਸ ਹਾਂ, ਤਾ ਉਮਰ ਖਾਲਸੇ ਦਾ ਦਾਸ ਬਣ ਕੇ ਰਹਿਣਾ, ਕੁਝ ਹੋ ਜਾਏ। ਅਖੀਰ ਭਾਈ ਮੇਹਰ ਸਿੰਘ ਨੇ ਵੇਖਿਆ ਕਿ ਚਲੋ ਸ਼ਾਂਤੀ ਨਾਲ ਜੇ ਫੈਸਲਾ ਹੁੰਦਾ ਹੈ ਤਾਂ ਉਸ ਤਰੀਕੇ ਨਾਲ ਕਰ ਲਈਏ। ਸਿੰਘਾਂ ਨੇ ਫਿਰ ਏਕਾ ਕਰ ਲਿਆ, ਜੋ ਇਨਕੋ ਪੁੱਤਰ ਦਏ ਸੋ ਇਨ ਸਿੱਖ ਕਰਾਏ। ਭਾਈ ਮੇਹਰ ਸਿੰਘ ਨੇ ਉਹ ਵਕੀਲ ਜਿਹੜਾ ਵਿੱਚ ਵਿਚੋਲਾ ਸੀ ਉਹਨੂੰ ਕਿਹਾ, ਕਹਿੰਦੇ ਸੁਣ ਭਾਈ, ਉਹਨਾਂ ਗੰਗੂ ਸ਼ਾਹੀਆਂ ਨੂੰ ਕਹਿ ਦਿਓ ਜਾ ਕੇ ਵੀ ਹੁਣ ਗੱਲ ਖਾਲਸੇ ਦੀ ਚੜ੍ਹਦੀ ਕਲਾ ਦੀ ਹੋ ਗਈ ਹੈ, ਗੁਰੂ ਪੰਥ ਦੀ ਬਾਤ ਹੋ ਗਈ ਹੈ। ਹੁਣ ਜਿਹੜਾ ਇਹਨੂੰ ਪੁੱਤਰ ਦੇ ਦੇਵੇ, ਇਹਦੇ ਘਰ ਪੁੱਤ ਨਹੀਂ, ਸੰਤਾਨ ਨਹੀਂ ਨਾ ਹੈ, ਤਾਂ ਹੀ ਸੱਦਿਆ ਇਹਨੇ ਘਰ 'ਚ, ਜਿਹੜਾ ਇਹਨੂੰ ਪੁੱਤਰ ਦੇ ਦੇਵੇ, ਜੇ ਖਾਲਸੇ ਦੇ ਅਰਦਾਸੇ ਨਾਲ ਮਿਲ ਜਾਏ ਤੇ ਫਿਰ ਇਹ ਖਾਲਸੇ ਦਾ ਹੋ ਕੇ ਰਹੇਗਾ, ਤੇ ਜੇ ਖਾਲਸੇ ਦਾ ਅਰਦਾਸਾ ਨਾ ਪੂਰਾ ਹੋਇਆ, ਗੰਗੂ ਸ਼ਾਹੀਆਂ ਦੇ ਅਰਦਾਸੇ ਨਾਲ ਮਿਲ ਜਾਏ ਪੁੱਤ, ਤਾਂ ਫਿਰ ਅਸੀਂ ਛੱਡ ਕੇ ਚਲਾ ਜਾਵਾਂਗੇ, ਇਲਾਕਾ ਹੀ ਛੱਡ ਦਿਆਂਗੇ। ਇਹ ਫੈਸਲਾ ਕਰੋ ਹੁਣ। ਚੋਪਈ ਗਗਈਨ ਇਮਈ ਮੰਨ ਲਈ। ਗੰਗੂ ਸ਼ਾਹੀਆਂ ਨੇ ਗੱਲ ਮੰਨ ਲਈ, ਕਹਿੰਦੇ ਜੀ ਠੀਕ ਹੈ। ਚਾਹੇ ਜਾਨ ਬਚਾਵਨ ਵਕਤ ਟਲਾਈ। ਉਹ ਤਾਂ ਆਪਣੀ ਜਾਨ ਬਚਾਉਣਾ ਚਾਹੁੰਦੇ ਸੀ ਵੀ ਚਲੋ ਵਕਤ ਟਲ ਜਾਏ, ਵੀ ਜੇ ਆ ਗੱਲ ਨਾ ਮੰਨੀ ਤੇ ਦੂਜੀ ਉਹ ਪਹਿਲਾਂ ਹੀ ਕਰੀ ਬੈਠੇ ਨੇ ਵੀ ਪਹਿਲਾਂ ਲੜੋ, ਜਿਹੜਾ ਜਿਉਂਦਾ ਰਹੇਗਾ ਚੇਲਾ ਬਣਾ ਲਓ। ਵੀ ਆਹ ਗੱਲ ਤਾਂ ਸੌਖੀ ਹੈ ਵੀ ਅਸੀਂ ਕਹਾਂਗੇ ਅਸੀਂ ਪੁੱਤ ਦੇ ਦਿਆਂਗੇ ਇਹਨੂੰ, ਤੇ ਜੇ ਅਸੀਂ ਦਿੱਤਾ ਤਾਂ ਚੇਲਾ ਅਸੀਂ ਬਣਾ ਲਾਂਗੇ, ਤੁਸੀਂ ਤੁਹਾਡੇ ਅਰਦਾਸੇ ਨਾਲ ਹੋ ਗਿਆ ਤਾਂ ਚੇਲਾ ਤੁਸੀਂ ਤਾਂ ਬਣਾ ਹੀ ਲੈਣਾ ਫਿਰ ਆਪਣਾ। ਇਹਨਾਂ ਨੇ ਹੁਣ ਔਖੇ ਮਾਰੇ, ਉਹ ਕਹਿੰਦੇ ਮਰਦਾ ਕੀ ਨਹੀਂ ਕਰਦਾ। ਇਹਨਾਂ ਗੰਗੂ ਸ਼ਾਹੀਆਂ ਨੇ ਗੱਲ ਮੰਨ ਲਈ, ਕਹਿੰਦੇ ਜੀ ਠੀਕ ਹੈ। ਬਰਸ ਅੰਦਰ ਹਮ ਇਸ ਸੁੱਤ ਦਿਵਾਵੇਂ। ਉਹ ਕਹਿਣ ਲੱਗੇ ਕਿ ਇੱਕ ਬਰਸ ਦੇ ਵਿੱਚ ਅਸੀਂ ਇਹਨੂੰ ਪੁੱਤਰ ਦਿਵਾਵਾਂਗੇ, ਆਪਣੇ ਗੰਗੂ ਸ਼ਾਹ ਨੂੰ ਕਹਿ ਕੇ। ਇਸੀ ਦਿਵਸ ਪਾਹੁਲ ਪਿਲਾਵੇਂ। ਅੱਜ ਦਾ ਦਿਨ ਗਿਣ ਲਓ, ਅੱਜ ਤੋਂ ਇਹੀ ਦਿਨ ਆਉਂਦੇ ਸਾਲ ਨੂੰ ਅਸੀਂ ਆ ਕੇ ਇਹਨੂੰ ਆਪਣੀ ਚਰਨ ਪੌਲ ਪਵਾ ਕੇ ਆਪਣਾ ਚੇਲਾ ਬਣਾਵਾਂਗੇ, ਜੇ ਇੱਕ ਸਾਲ 'ਚ ਇਹਨੂੰ ਪੁੱਤਰ ਦੇਾਂਗੇ। ਗੰਗੂ ਸ਼ਾਹੀਆ ਜਿਹੜਾ ਖੜਗ ਸਿੰਘ ਸੀ ਉਹ ਬੋਲਿਆ, ਤਬ ਸਿੰਘਨ ਸੋ ਭੀ ਮੰਨ ਲਈ। ਸਿੰਘਾਂ ਨੇ ਆਖਿਆ ਠੀਕ ਹੈ, ਅਸੀਂ ਮੰਨਦੇ ਹਾਂ ਤੁਹਾਡੇ ਇਸ ਫੈਸਲੇ ਨੂੰ। ਉਹਨੇ ਤੇ ਇਹ ਲਿਖਾਏ ਸੋ ਲਈ। ਕਹਿੰਦੇ ਲਿਖੋ, ਇਦਾਂ ਨਹੀਂ ਮੁੜ ਕੇ ਮੁੱਕਰ ਜਾਓਗੇ, ਪਿੰਡਾਂ 'ਚ ਜਾ ਕੇ ਲੋਕਾਂ ਨੂੰ ਕਹਿੰਦੇ ਫਿਰੋਗੇ, ਲਿਖਤ ਹੋਵੇਗੀ, ਅਸੀਂ ਵਿਖਾਵਾਂਗੇ ਤੁਹਾਡੀ ਵੀ ਤੁਹਾਡੀ ਕਰਤੂਤ ਕੀ ਹੈ। ਉਹਨਾਂ ਕੋਲੋਂ ਲਿਖਤ ਕਰਾਈ ਭਾਈ ਸਾਹਿਬ ਭਾਈ ਮੇਹਰ ਸਿੰਘ ਜੀ ਨੇ। ਬਹੁਤ ਸਿੰਘ ਨੇਮ ਬਚਨ ਉਚਾਰੇ। ਫਿਰ ਲਾਗੇ ਜਿਹੜੇ ਸਿੰਘ ਸਨ ਉਹ ਕਹਿਣ ਲੱਗੇ, ਸੁਨੋ ਬਚਨ ਗੁਰ ਸਿੱਖ ਪਿਆਰੇ। ਕਹਿਣ ਲੱਗੇ ਉਹ ਸਿੱਖ ਨੂੰ, ਹੇ ਗੁਰੂ ਕੇ ਪਿਆਰੇ ਸਿੱਖ ਸੁਣ, ਇਨੇ ਕਹਿਓ ਦਿਓ ਪੁੱਤਰ ਪੁਕਾਰੇ। ਜੇ ਇਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਪੁੱਤਰ ਦੇਾਂਗੇ ਇੱਕ ਸਾਲ ਵਿੱਚ, ਹਮ ਦੇਨੋ ਤੋ ਸੋਹੂ ਮਾਰੇ। ਤੇ ਕਹਿੰਦੇ ਅਸੀਂ ਇਕਰਾਰ ਇਹਨਾਂ ਕੋਲੋਂ ਲਿਖਾ ਲਿਆ। ਇਹਨਾਂ ਦੇ ਕਹਿਣ ਤੇ ਜੇ ਤੈਨੂੰ ਪੁੱਤ ਮਿਲਦਾ ਵੀ ਤਾਂ ਸਾਡੇ ਵਾਸਤੇ ਮਰਿਆਂ ਬਰਾਬਰ ਹੀ ਸੀ। ਜੇ ਮਿਲ ਵੀ ਜਾਏ ਇਹਨਾਂ ਦੇ ਕਹਿਣ ਤੇ ਸਾਡੇ ਵਾਸਤੇ ਮਰਿਆਂ ਤੋਲੀ ਆਓ। ਕਿਉਂ ਮਰਿਆਂ ਤੋਲਿਆ? ਉਹਨਾਂ ਨੇ ਤੈਨੂੰ ਆਪਣਾ ਚੇਲਾ ਬਣਾ ਲੈਣਾ। ਹਾਂਜੀ, ਪਰ ਸਿੱਖ ਕੇ ਹਿਤ ਸਿੱਖਣੀ ਕੋ ਅਹੇਤ। ਤੇਰੀ ਜਿਹੜੀ ਸਿੱਖਣੀ ਆ ਉਹਦੀ ਕਰਤੂਤ ਕਰਕੇ ਅਸੀਂ ਤੇਰਾ ਮਾੜਾ ਨਹੀਂ ਕਰਨਾ। ਤੂੰ ਸਿੰਘ ਹੈ, ਤੇਰਾ ਕੋਈ ਦੋਸ਼ ਨਹੀਂ ਹੈ। ਤੇਰੀ ਸਿੱਖਣੀ ਦੇ ਅਹੇਤ ਕਰਕੇ, ਕਿਉਂਕਿ ਉਹਨੇ ਕਲੇਸ਼ ਸ਼ੁਰੂ ਕੀਤਾ, ਅਸੀਂ ਤੇਰਾ ਬੁਰਾ ਨਹੀਂ ਕਰਨਾ ਸਿੰਘਾ। ਜੋ ਅੱਧੋ ਕੰਚਨ ਅੱਧੋ ਰੇਤ। ਕਿਉਂਕਿ ਤੇਰੇ ਘਰ ਦੇ ਵਿੱਚ ਉਹ ਗੱਲ ਹੋਈ ਵੀ ਅੱਧੀ ਰੇਤ ਹੈ ਤੇ ਅੱਧਾ ਸੋਨਾ ਹੈ। ਅੱਧੀ ਰੇਤ ਘਰ ਵਾਲੀ ਤੇਰੀ ਜਿਹੜੀ ਹੈ ਉਹ ਲੜਾਈ ਕਰ ਰਹੀ, ਕਲੇਸ਼ ਪਾਉਂਦੀ ਹੈ। ਤੂੰ ਸੋਨੇ ਵਾਂਗੂ ਸ਼ੁੱਧ ਹੈ। ਦੋਹਰਾ ਪੰਜ ਸਿੰਘ ਨੇਮ ਮਿਲ ਕਯੋ ਧਰ ਗੁਰ ਚਰਨਨ ਧਿਆਨ। ਪੰਜ ਸਿੰਘਾਂ ਨੇ ਫਿਰ ਉਸ ਵੇਲੇ ਅਰਦਾਸ ਕੀਤੀ, ਕਲਗੀਧਰ ਦੇ ਚਰਨਾਂ ਦਾ ਧਿਆਨ ਧਾਰਿਆ। ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਪੰਥ ਵਾਲੀ, ਚਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇ ਗੁਰ ਤੇ ਕੇ ਧਨੀ ਸਤਿਗੁਰਾਂ ਦੇ ਚਰਨਾਂ ਨੂੰ ਅਰਾਧਿਆ। ਇਸ ਸੁਤ ਸਤ ਮਾਂ ਦੀਜੀਏ ਸਤਿਗੁਰ ਜਾਣੀ ਜਾਣ। ਹੇ ਜਾਣੀ ਜਾਣ ਕਲਗੀਧਰ ਪਾਤਸ਼ਾਹ, ਤੁਹਾਡੇ ਖਾਲਸੇ ਦੀ ਆਨ ਹੈ।
ਇਹ ਤੁਹਾਡੇ ਪੰਥ ਦੀ ਪੈਜ ਦੀ ਬਾਤ ਹੈ। ਤੁਹਾਡਾ ਪੰਥ ਤੁਹਾਡਾ ਰੂਪ ਹੈ, ਤੁਸੀਂ ਇਸ ਪੰਥ 'ਚ ਵਸਦੇ ਹੋ। ਸਾਡੀ ਅਰਦਾਸ ਹੈ ਸਾਹਿਬ ਜੀ, ਇਸ ਗੁਰੂ ਕੇ ਸਿੱਖ ਨੂੰ 7 ਮਹੀਨਿਆਂ ਦੇ ਵਿੱਚ ਪੁੱਤਰ ਦੀ ਦਾਤ ਦਿਓ, 7ਵੇਂ ਮਹੀਨੇ ਵਿੱਚ ਇਹਦੇ ਘਰ ਪੁੱਤਰ ਹੋ ਜਾਏ। ਇਹ ਅਰਦਾਸ ਕੀਤੀ। ਮਹਾਰਾਜ ਜੇ ਤੁਸੀਂ ਜਾਣੀ ਜਾਣ ਹੋ, 7 ਮਹੀਨਿਆਂ ਬਾਅਦ ਵੀ ਬੱਚੇ ਦਾ ਜਨਮ ਹੋ ਜਾਂਦਾ 7ਵੇਂ ਮਹੀਨੇ 'ਚ। 7ਵੇਂ ਮਹੀਨੇ 'ਚ ਇਸ ਸਿੱਖ ਦੇ ਘਰ ਵਿੱਚ ਪੁੱਤਰ ਦੀ ਦਾਤ ਆਪ ਜੀ ਬਖਸ਼ ਦਿਓ। ਜੋ ਪਈ ਇਹੀ ਬਾਤ ਲਈ ਸਿੰਘਨ ਲਿਖਾਏ। ਤੇ ਲਿਖਤ ਵੀ ਕਰਾ ਲਈ ਸਿੰਘਾਂ ਨੇ ਕਿ ਜੇ 7ਵੇਂ ਮਹੀਨੇ ਇਸ ਸਿੰਘ ਦੇ ਘਰ ਪੁੱਤ ਹੋਇਆ ਤਾਂ ਸਮਝ ਲਿਓ ਉਹ ਖਾਲਸੇ ਦਾ ਅਰਦਾਸਾ 5 ਸਿੰਘਾਂ ਦਾ ਅਰਦਾਸਾ ਪ੍ਰਵਾਨ ਹੋਇਆ। ਤੇ ਜੇ 7 ਮਹੀਨਿਆਂ ਤੋਂ ਟੱਪ ਕੇ 9 ਮਹੀਨਿਆਂ ਬਾਅਦ ਇਹਦੇ ਘਰ 'ਚ ਸੰਤਾਨ ਹੋਈ, ਜਿਵੇਂ ਤੁਸੀਂ ਕਹਿੰਦੇ ਹੋ ਸਾਲ ਵਿੱਚ, ਤਾਂ ਫਿਰ ਅਸੀਂ ਸਮਝਾਂਗੇ ਖਾਲਸੇ ਦਾ ਅਰਦਾਸਾ ਨਹੀਂ ਪੂਰਾ ਹੋਇਆ, ਗੰਗੂ ਸ਼ਾਹੀਆਂ ਦੀ ਅਰਦਾਸ ਪ੍ਰਵਾਨ ਹੋਈ ਹੈ। ਇਹ ਲਿਖਤ ਕਰਵਾ ਲਈ ਉਸ ਵੇਲੇ ਭਾਈ ਮੇਹਰ ਸਿੰਘ ਜੀ ਨੇ। करे सिंह हम इसी दिन आए। ਜੇ 7 ਮਹੀਨਿਆਂ ਬਾਅਦ ਇਹਦੇ ਘਰ ਪੁੱਤ ਹੋ ਗਿਆ ਤੇ ਅੱਜ ਦਾ ਹੀ ਦਿਨ 1 ਸਾਲ ਬਾਅਦ ਅਸੀਂ ਆਵਾਂਗੇ। ਜੇ 7 ਮਹੀਨਿਆਂ ਤੋਂ ਉੱਤੇ ਸਮਾਂ ਲੱਗਾ, ਪੁੱਤਰ ਹੋਇਆ 9 ਮਹੀਨਿਆਂ ਬਾਅਦ ਬੱਚਾ ਹੋਇਆ, ਤੇ ਤੁਸੀਂ ਆ ਕੇ ਇਹਨੂੰ ਚੇਲਾ ਬਣਾ ਲਿਓ ਅੱਜ ਦੇ ਦਿਨ। ਤੇ ਜੇ 7 ਮਹੀਨਿਆਂ ਬਾਅਦ ਪੁੱਤ ਹੋਇਆ ਤੇ ਫਿਰ ਅਸੀਂ ਆ ਕੇ ਅੱਜ ਦੇ ਦਿਨ ਹੀ ਇਹਦੀ ਘਰਵਾਲੀ ਨੂੰ ਵੀ ਨਾਲ ਗੁਰੂ ਪੰਥ ਵਿੱਚ ਸ਼ਾਮਲ ਕਰਾਂਗੇ। ਦਸਵੰਧ ਰਿਓ ਸਿੱਖ ਪੁੱਤ ਹੋਏ। ਸਿੰਘ ਦਸਵੰਧ ਦੇਣ ਲੱਗਾ ਮਾਇਆ। ਭਾਈ ਮੇਹਰ ਸਿੰਘ ਕਹਿੰਦੇ ਨਹੀਂ, ਅੱਜ ਇਹਦੇ ਤੇ ਸਾਡਾ ਹੱਕ ਨਹੀਂ, ਇਹ ਵੀ ਰੱਖ ਛੱਡ। ਹੁਣ ਤਾਂ ਇਹ ਸਾਲ ਬਾਅਦ ਅੱਜ ਦੇ ਦਿਨ ਹੀ, ਜੇ ਸਤਿਗੁਰੂ ਜੀ ਸਾਨੂੰ ਭਰੋਸਾ ਵੀ ਸਾਡੇ ਗੁਰੂ ਨੇ ਸਾਡੀ ਅਰਦਾਸ ਮੰਨਣੀ ਹੈ, ਤੇ ਸਿੰਘਾ ਇਹ ਸਾਡੀ ਅਮਾਨਤ ਆਪਣੇ ਕੋਲ ਰੱਖੀ ਰੱਖ। 1 ਸਾਲ ਬਾਅਦ ਤੇਰੇ ਕੋਲ ਆਵਾਂਗੇ ਔਰ ਇਹ ਦਸਵੰਧ ਵੀ ਲੈ ਕੇ ਜਾਵਾਂਗੇ, ਔਰ ਤੇਰੇ ਬੱਚੇ ਨੂੰ ਵੀ ਜਿਹੜਾ ਤੇਰੇ ਘਰ ਆਏਗਾ ਜਨਮ ਲੈ ਕੇ ਨਾ, ਕਹਿੰਦੇ ਉਹਨੂੰ ਵੀ ਪੌਲ ਛਕਾ ਕੇ ਜਾਵਾਂਗੇ। ਜੋ ਜੀਵੇ ਤੋ ਆਏ ਲਏ ਸੋਏ। ਜਿਹੜਾ ਜੀਵੇਗਾ ਉਦੋਂ ਤੱਕ। ਭਾਈ ਮੇਹਰ ਸਿੰਘ ਕਹਿੰਦੇ ਜੇ ਮੈਂ ਨਾ ਰਿਹਾ ਹੋਰ ਸਿੰਘ ਹੈਣ, ਸਰੀਰਾਂ ਦਾ ਕੀ ਪਤਾ, ਜਿਹੜਾ ਜੀਵੇਗਾ ਉਹ ਆ ਕੇ ਲੈ ਲਵੇਗਾ। ਕੀ ਪਤਾ ਖੜਗ ਸਿੰਘ ਵੀ ਨਾ ਬਚੇ ਸਾਹਮਣੇ, ਇਹ ਗੰਗੂ ਸ਼ਾਹੀਆਂ ਦਾ, ਇਹਦਾ ਕੋਈ ਚੇਲਾ ਆ ਕੇ ਲੈ ਲੇਗਾ। ਜਿਹੜਾ ਜੀਵੇਗਾ ਆ ਕੇ ਲੈ ਲਵੇਗਾ। ਦੋ ਵਲਨ ਕੇ ਲਿਖੇ ਕਰਾਰ। ਇਹ ਦੋਹਾਂ ਪਾਸਿਆਂ ਦੇ ਕਰਾਰ ਲਿਖੇ ਗਏ। ਭਾਈ ਮੇਹਰ ਸਿੰਘ ਵੱਲੋਂ ਵੀ ਲਿਖਿਆ ਗਿਆ, ਉਧਰੋਂ ਜਿਹੜਾ ਗੰਗੂ ਸ਼ਾਹੀਆ ਸੀ ਖੜਗ ਸਿੰਘ ਉਹਦੇ ਵੱਲੋਂ ਵੀ ਲਿਖਿਆ ਗਿਆ। ਪ੍ਰਸ਼ਾਦ ਛਕਾਏ ਦਏ ਬਾਹਰ ਨਿਕਾਰ। ਫਿਰ ਉਹਨੇ ਬੇਨਤੀ ਕੀਤੀ, ਸਿੰਘ ਨੇ ਆਖਿਆ ਲੰਗਰ ਤਿਆਰ ਹੈ, ਹੁਣ ਅੰਨ ਦੀ ਬੇਅਦਬੀ ਕਿਉਂ ਕਰਨੀ ਹੈ। ਫੈਸਲਾ ਹੋ ਗਿਆ ਲੰਗਰ ਸਾਰਿਆਂ ਨੂੰ। ਉਧਰ ਗੰਗੂ ਸ਼ਾਹੀਆਂ ਨੂੰ ਇੱਕ ਪਾਸੇ ਬਿਠਾ ਦਿੱਤਾ ਵੱਖਰਾ, ਉਹ ਉਦਾਂ ਹੀ ਨਹੀਂ ਸੀ ਨੇੜੇ ਬਹਿੰਦੇ, ਪਹਿਲਾਂ ਹੀ ਡਰੇ ਹੋਏ ਸੀ ਨੇੜੇ ਬਹਿ ਕੇ ਕਿਸੇ ਕਿਤੇ ਨੂੰ ਮਾੜੀ ਮੋਟੀ ਬਾਂਹ ਵੀ ਲੱਗ ਗਈ ਤੇ ਤਾਂ ਵੀ ਕੰਮ ਔਖਾ ਹੋ ਜਾਣਾ। ਉਹ ਪਾਸੇ ਜੇ ਹੋ ਕੇ ਗੰਗੂ ਸ਼ਾਹੀ ਇੱਕ ਬੰਨੇ ਬਹਿ ਗਏ, ਸਿੰਘ ਇਧਰ ਇੱਕ ਪਾਸੇ ਬਹਿ ਕੇ ਪ੍ਰਸ਼ਾਦਾ ਛਕਿਆ ਤੇ ਛਕ ਕੇ ਚਲੇ ਗਏ। 7 ਮਹੀਨੇ ਬੀਤਤ ਜਬ ਪਏ। 7 ਮਹੀਨਿਆਂ ਦਾ ਉਸੇ ਦਿਨ ਤੋਂ ਦਿਨ ਦੀ ਗਿਣਤੀ ਕੀਤੀ ਗਈ। 7 ਮਹੀਨਿਆਂ ਦਾ ਜਦੋਂ ਸਮਾਂ ਬੀਤਿਆ, ਉਸੀ ਨਾਰ ਨੇ ਪੁੱਤਰ ਦਿਓ ਜਾਏ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਥ ਦੀ ਜਿੱਤ ਕਰਨੀ ਸੀ, ਖਾਲਸੇ ਦੇ ਬਿਰਧ ਬਾਣੇ ਦੀ ਲਾਜ ਰੱਖਣੀ ਸੀ, ਆਪਣੇ ਬਿਰਧ ਬਾਣੇ ਦੀ। ਕਹਿੰਦੇ 7ਵੇਂ ਮਹੀਨੇ ਉਸ ਔਰਤ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਖਾਲਸੇ ਦਾ ਅਰਦਾਸਾ ਸੀ ਨਾ ਮਹਾਰਾਜ, ਜੇ ਸਾਡਾ ਕਿਉਂਕਿ ਬਾਲਕ ਹੋਵੇ ਕੱਲ ਨੂੰ ਗੰਗੂ ਸ਼ਾਹੀਏ ਫਿਰ ਆ ਕੇ ਰੋਲਾ ਪਾਉਣ ਵੀ ਸਾਡੀ ਅਰਦਾਸ ਮੰਨੀ ਗਈ ਹੈ। ਇਸ ਕਰਕੇ ਕਿਹਾ ਵੀ ਜੇ 7ਵੇਂ ਮਹੀਨੇ ਬਾਲਕ ਦਾ ਜਨਮ ਹੋਇਆ ਤੇ ਖਾਲਸੇ ਦੇ ਅਰਦਾਸੇ ਨਾਲ ਆਏਗਾ। ਜੇ ਉਸ ਤੋਂ ਵੱਧ ਸਮਾਂ 9 ਮਹੀਨਿਆਂ ਦਾ ਸਾਲ ਦਾ ਇਹ ਕਹਿੰਦੇ ਆ ਤੇ ਫਿਰ ਇਹਨਾਂ ਦੀ ਅਰਦਾਸ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਥ ਦੇ ਬੋਲ, ਕਿਉਂਕਿ ਪਾਤਸ਼ਾਹ ਨੇ ਕਿਹਾ ਸੀ ਸਿੰਘ ਪੰਚਨ ਮੈਂ ਮੋਰੋ ਵਾਸਾ, ਪੰਜਾਂ ਦੀ ਅਰਦਾਸ ਤਾਂ ਮੰਨਣੀ ਸੀ ਸਾਹਿਬ ਨੇ। ਫਿਰ ਪੰਜ ਉਹ ਵੀ ਭਾਈ ਮੇਹਰ ਸਿੰਘ ਵਰਗੇ ਸਿੰਘ, ਬਾਣੀ ਬਾਣੇ ਦੇ ਧਾਰਨੀ, ਗੁਰਬਾਣੀ ਦੇ ਰੰਗ 'ਚ ਰੰਗੇ, ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਲੱਗੇ ਹੋਏ। ਕਹਿੰਦੇ ਅਰਦਾਸ ਪ੍ਰਵਾਨ ਹੋ ਗਈ। 7ਵੇਂ ਮਹੀਨੇ ਉਸ ਸਿੱਖ ਦੇ ਘਰ ਪੁੱਤਰ ਨੇ ਜਨਮ ਲਿਆ। ਕੁੰਡਲੀਆ
ਉਸੀ ਸਿੱਖ ਮਨ ਆਨੰਦ ਪਇਓ ਟਮਕ ਦਿਓ ਬਜਵਾਏ। ਕਹਿੰਦੇ ਜਿਹੜੇ ਸਿੰਘ ਦੇ ਘਰ 7ਵੇਂ ਮਹੀਨੇ ਬਾਲਕ ਹੋਇਆ ਉਹਨੂੰ ਪੁੱਤਰ ਜਨਮੇ ਦੀ ਓਨੀ ਖੁਸ਼ੀ ਨਹੀਂ ਹੋਈ ਜਿੰਨੀ ਖੁਸ਼ੀ ਹੋਈ ਵੀ ਖਾਲਸੇ ਪੰਥ ਦੀ ਅਰਦਾਸ ਪ੍ਰਵਾਨ ਹੋਈ ਹੈ। ਪੰਥ ਦੇ ਬੋਲ ਬਾਲੇ ਹੋਏ ਨੇ, ਇਹਨੂੰ ਕਹਿੰਦੇ ਖਾਲਸੇ ਦੇ ਬੋਲ ਬਾਲੇ, ਕਿ ਖਾਲਸਾ ਜੀ ਦੇ ਬੋਲ ਬਾਲੇ ਹੋਏ ਨੇ, ਪੰਥ ਦੀ ਚੜ੍ਹਦੀ ਕਲਾ ਹੋਈ ਹੈ, ਉਹਨੂੰ ਉਹਦੀ ਦੁੱਗਣੀ ਖੁਸ਼ੀ ਹੈ। ਕਹਿੰਦੇ ਉਹਨੇ ਟਮਕ ਵਜਾਏ, ਟਮਕ ਦਾ ਮਤਲਬ ਹੈ ਵੀ ਢੋਲ ਵਜਵਾਇਆ ਘਰ 'ਚ ਖੁਸ਼ੀ ਦੇ ਨਾਲ ਤੇ ਵਧਾਈਆਂ ਵੱਜੀਆਂ। ਇੱਕ ਖੁਸ਼ੀ ਪੁੱਤਰ ਪਏ ਕੀ ਦੂਜੀ ਗੁਰ ਲਈ ਪੈਜ ਬਧਾਏ। ਇੱਕ ਪੁੱਤਰ ਜਨਮਣ ਦੀ ਖੁਸ਼ੀ ਹੋਈ, ਦੂਜਾ ਘਰ ਦੇ ਵਿੱਚ ਮਹਾਰਾਜ ਜੀ ਦੀ ਅਰਦਾਸ ਬੇਨਤੀ ਕੀਤੀ, ਕਲਗੀਧਰ ਦੇ ਚਰਨਾਂ 'ਚ ਪ੍ਰਵਾਨ ਹੋਈ ਤੇ ਪੰਥ ਦੀ ਪੈਜ ਰੱਖੀ ਗਈ, ਉਹ ਸਿੰਘ ਦੀ ਵੀ ਲਾਜ ਰੱਖੀ ਗਈ। ਕਹਿੰਦੇ ਦੋਹਰੀਆਂ ਖੁਸ਼ੀਆਂ ਘਰ 'ਚ ਹੋਈਆਂ। ਦੂਈ ਗੁਰ ਲਈ ਪੈਜ ਬਧਾਏ, ਸਤਿਗੁਰੂ ਜੀ ਨੇ ਪੈਜ ਵਧਾ ਦਿੱਤੀ। ਸਿੱਖਨ ਕੀ 10 ਪਾਤਸ਼ਾਹੀ, ਔਰ ਸਿੱਖਾਂ ਦੀਆਂ 10 ਪਾਤਸ਼ਾਹੀਆਂ ਨੇ, ਕੋਈ 11ਵਾਂ ਵਿਅਕਤੀਗਤ ਗੁਰੂ ਨਹੀਂ ਹੈ, ਇਹ ਗੱਲ ਪ੍ਰਗਟ ਹੋ ਗਈ। ਪੰਜ ਸਿੰਘਨ ਕੀ ਅਰਦਾਸ ਭਾਂਤ ਉਸ ਰਾਸ ਆਈ। ਪੰਜਾਂ ਸਿੰਘਾਂ ਵੱਲੋਂ ਕੀਤੀ ਹੋਈ ਅਰਦਾਸ ਉਸ ਗੁਰਸਿੱਖ ਨੂੰ ਰਾਸ ਆਈ। ਗੰਗੂ ਦਾਸੀਅਨ ਗਲ ਹਲਕੀ ਪਈ ਉਹ ਖਾਲਸੇ ਆਈ ਬਹੁ ਖੁਸ਼ੀ। ਕਹਿੰਦੇ ਜਿਹੜੇ ਗੰਗੂ ਦਾਸੀਏ ਸੀ ਉਹਨਾਂ ਦੀ ਗੱਲ ਹਲਕੀ ਹੋ ਗਈ, ਉਹ ਹੌਲੇ ਪੈ ਗਏ, ਲੋਕਾਂ 'ਚ ਪ੍ਰਚਲਿਤ ਹੋ ਗਈ ਬਾਤ, ਫੈਲ ਗਈ ਸਾਰੇ ਇਲਾਕੇ 'ਚ ਕਿ ਗੰਗੂ ਸ਼ਾਹੀ ਇਹ ਕੱਚੇ ਪਿੱਲੇ ਨੇ, ਇਹ ਪਖੰਡੀ ਨੇ, ਦੰਭੀ ਨੇ। ਤੇ ਖਾਲਸੇ ਦੀਆਂ ਵਧਾਈਆਂ ਵੱਜਣ ਲੱਗੀਆਂ, ਖਾਲਸੇ ਦੇ ਬੋਲ ਬਾਲੇ ਹੋਣ ਲੱਗੇ। ਪਇਓ ਜੈ ਜੈਕਾਰ ਕੁਮਿਆਰ ਸਿੰਘ ਲਿਓ ਦਸਵੰਦ ਆਏ ਉਨ ਦਿਨ ਉਸੀ। ਤੇ ਭਾਈ ਮੇਹਰ ਸਿੰਘ ਜੀ ਨੇ ਆਪਣੇ ਕੀਤੇ ਕੌਲ ਮੁਤਾਬਕ ਸਾਲ ਬਾਅਦ ਉਸੇ ਦਿਨ ਆਏ। ਸਿੰਘ ਨੇ ਖੁਸ਼ੀ ਨਾਲ, ਜਿਹੜੀ ਉਹ ਘਰ ਵਾਲੀ ਸੀ ਹੁਣ ਉਹ ਵੀ ਭਾਵਨਾ ਨਾਲ ਪੰਥ ਦੀ ਸੇਵਾ ਕਰਨ ਲੱਗੀ ਸਿੰਘਾਂ ਦੀ। ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਇਸ ਵਾਰ ਉਹਨੇ ਆਪਣੇ ਪੇਕੇ ਨਹੀਂ ਸੱਦੇ, ਆਖਿਆ ਜਿੱਥੋਂ ਮੈਨੂੰ ਸਾਰੀਆਂ ਦਾਤਾਂ ਮਿਲੀਆਂ ਇਹ ਪੰਥ ਹੀ ਸਾਡੇ ਲਈ ਸਭ ਕੁਝ ਹੈ। ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਲੰਗਰ ਛਕਾਇਆ, ਦਸਵੰਧ ਦੀ ਮਾਇਆ ਜਿਹੜੀ ਪਿਛਲੇ ਸਾਲ ਦੀ ਸੀ ਉਹ ਵੀ 1 ਸਾਲ ਦੀ ਹੋਰ ਜਿਹੜੀ ਅਗਲੀ ਜੁੜ ਗਈ, ਉਹ ਵੀ ਸਾਰੀ ਇਕੱਤਰ ਕਰਕੇ ਇਸ ਸਿੱਖ ਨੇ ਭਾਈ ਮੇਹਰ ਸਿੰਘ ਤੇ ਸਮੁੱਚੇ ਸਿੰਘਾਂ ਦੇ ਅੱਗੇ ਭੇਟਾ ਕੀਤੀ। ਦੋਹਰਾ ਲਾਗ ਦੁਆਬੇ ਦੇਸ ਕੇ ਪਰਬਤ ਬੀਤ ਕਹਾਏ। ਭਾਈ ਰਤਨ ਸਿੰਘ ਜੀ ਨੇ ਸਾਖੀ ਸੁਣੀ ਹੈ, ਕਹਿੰਦੇ ਜਿਹਨੇ ਸੁਣਾਈ ਉਹ ਹਲੇ ਜਿਉਂਦੇ ਨੇ, ਜਿਨ੍ਹਾਂ ਨੇ ਸਾਰਾ ਵਾਕਿਆ ਵੇਖਿਆ ਸੀ, ਕਹਿੰਦੇ ਉਹਨਾਂ ਨੇ ਮੈਨੂੰ ਸੁਣਾਇਆ ਤੇ ਖਾਲਸਾ ਜੀ ਮੈਂ ਤੁਹਾਨੂੰ ਸੁਣਾ ਦਿੱਤਾ। ਹੁਣ ਕੋਈ ਪੁੱਛੇ ਵੀ ਇਹ ਗੰਗੂ ਸ਼ਾਹੀ ਇਹ ਹੈਣ ਕੌਣ, ਪੁੱਛੇ ਕੋਈ ਸਵਾਲ ਤਾਂ ਹੈ ਨਾ ਮਨ 'ਚ ਵੀ ਇਹ ਗੰਗੂ ਸ਼ਾਹੀ ਇਹ ਕੌਣ ਸੀ। ਗੰਗੂ ਸ਼ਾਹੀ ਉਹ ਹੋਏ ਜਿਹੜੇ ਗੰਗਾ ਰਾਮ ਜੀ ਦੇ, ਗੰਗੂ ਸ਼ਾਹ ਜੀ ਦੇ ਅੱਗੋਂ ਚੇਲੇ ਹੋਏ। ਹੁਣ ਇਹ ਗੰਗੂ ਸ਼ਾਹ ਜੀ ਕੌਣ ਸਨ, ਉਹਨਾਂ ਬਾਰੇ ਦੱਸਦੇ ਹੈ ਕਿ ਦੁਆਬੇ ਦੇ ਇਲਾਕੇ ਵਿੱਚ, ਲਾਗ ਦੁਆਬੇ ਦੇਸ਼ ਕੋ ਪਰਬਤ ਬੀਤ ਕਹਾਏ, ਯਾਨੀ ਕਿ ਦੁਆਬੇ ਦਾ ਇਲਾਕਾ, ਬਿਸਤ ਦਾ ਮਤਲਬ ਹੁੰਦਾ ਹੈ ਸਤਲੁਜ ਤੇ ਬਿਆਸ ਦੇ ਵਿਚਕਾਰਲਾ ਇਲਾਕਾ, ਦੁਆਬਾ ਗੜ ਸ਼ੰਕਰ ਦਾ ਇਲਾਕਾ। ਉਸ ਇਲਾਕੇ ਦੇ ਵਿੱਚ ਰਹਿਣ ਵਾਲੇ, ਉੱਥੋਂ ਦੇ ਰਹਿਣ ਵਾਲੇ ਸਨ। ਤੈਂ ਟਿਗ ਕਾਗੋ ਪਿੰਡ ਹੋ ਤੋ ਖੱਤਰੀ ਗੰਗੂ ਬਸਾਏ। ਖੱਤਰੀ ਵਰਨ ਚੋਂ ਗੰਗੂ ਬਸੀ ਕਰਕੇ ਦਾ ਨਾਮ ਪ੍ਰਸਿੱਧ ਸੀ। ਉੱਥੇ ਰਹਿੰਦੇ ਸਨ ਗੰਗੂ ਸ਼ਾਹ ਜੀ ਗੜ ਸ਼ੰਕਰ ਦੇ ਇਲਾਕੇ 'ਚ, ਉੱਥੇ ਇਹਨਾਂ ਦਾ ਨਿਵਾਸ ਸੀ। ਤੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਸੇਵਕ ਬਣੇ ਜਾ ਕੇ। ਹੈਣ ਤਾਂ ਗੁਰੂ ਘਰੋਂ ਹੀ ਚੱਲੇ ਸੀ ਪਹਿਲਾਂ, ਪਰ ਅੱਗੇ ਜਾ ਕੇ ਜਿਵੇਂ ਜਿਵੇਂ ਅੱਗੇ ਚੇਲੇ ਵੱਧਦੇ ਚਲੇ ਗਏ ਤੇ ਗੁਰੂ ਘਰ ਨਾਲੋਂ ਨਾਤਾ ਤੋੜ ਕੇ ਵੱਖਰਾ ਪਹਿਲਾਂ ਵਰਤੋਂ ਕਰ ਲਈ। ਆ ਕਿੰਨੀਆਂ ਸ਼ਿਖਾਵਾਂ ਸਾਡੇ ਸਿੱਖਾਂ ਚੋਂ ਨਿਕਲ ਕੇ ਵੱਖਰੀਆਂ ਹੋਈਆਂ ਵੀ ਚਲੋ ਪਹਿਲਾਂ ਦੁਕਾਨਾਂ ਜਦੋਂ ਚੱਲ ਪਈਆਂ, ਪਹਿਲਾਂ ਮਹਾਰਾਜ ਜੀ ਦਾ ਆਸਰਾ ਲਿਆ, ਲੋਕਾਂ ਨੂੰ ਜੋੜਿਆ, ਜਦੋਂ ਦੁਕਾਨਾਂ ਚੱਲੀਆਂ ਤੇ ਵੱਖਰੇ ਹੋ ਕੇ ਆਪਣੀਆਂ ਵੱਖਰੀਆਂ ਲੀਆਂ ਟੋਰ ਲੀਆਂ ਉਹਨਾਂ ਨੇ। ਨਾ ਕਾਹਨੂੰ ਲੈਣਾ, ਤੁਹਾਨੂੰ ਪਤਾ ਹੀ ਹੈ ਵੀ ਕਿਹੜੇ ਕਿਹੜੇ ਨਿਕਲੇ ਸਿੱਖਾਂ ਚੋਂ। ਇਦਾਂ ਹੀ ਇਹ ਗੰਗੂ ਸ਼ਾਹੀਏ ਸੀ।
ਉਹਨਾਂ ਚੋਂ ਆ ਨਿਰੰਜਨੀਏ ਜੰਡਿਆਲੇ ਵਾਲੇ ਉਹ ਵੀ ਵੱਖਰੇ ਸੀ। ਉਹਨਾਂ ਦਾ ਵੱਡਾ ਹੰਧਾਲ ਹੋਇਆ। ਉਹਨਾਂ ਦਾ ਜ਼ਿਕਰ ਆ ਰਿਹਾ, ਸਾਰਿਆਂ ਦਾ ਵੇਰਵਾ ਜਿਹੜਾ ਨਾ ਇਹ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਦੇ ਰਹੇ ਨੇ ਵੀ ਇਹ ਉਹ ਲੋਕ ਸੀ ਜਦੋਂ ਤੱਤ ਖਾਲਸਾ ਜੂਝ ਰਿਹਾ ਸੀ ਤੇ ਇਹ ਲੋਕ ਤੱਤ ਖਾਲਸੇ ਦੇ ਨਾਲ ਜੁੜ ਕੇ ਉਹਨਾਂ ਦੀ ਮਦਦ ਕਰਨ ਦੀ ਬਜਾਏ ਤੁਰਕਾਂ ਦੀ ਮਦਦ ਕਰਦੇ ਸੀ ਔਰ ਸਿੰਘਾਂ ਨੂੰ ਫੜਾਉਂਦੇ ਸੀ, ਟੋਟ ਬਣੇ ਹੋਏ ਸੀ। ਅੱਗੇ ਗੰਗੂ ਸ਼ਾਹ ਜੀ ਦਾ ਜ਼ਿਕਰ ਆ ਰਿਹਾ ਹੈ। ਇਹ ਤਾਂ ਚਲੋ ਮਹਾਰਾਜ ਜੀ ਦੀ ਸੰਗਤ 'ਚ ਰਹੇ। ਇਹ ਕੌਣ ਸਨ, ਇਹਨਾਂ ਦਾ ਸਾਰਾ ਪ੍ਰਸੰਗ ਅੱਗੇ ਆਪ ਜੀ ਕਥਾ 'ਚ ਸਰਵਣ ਕਰੋਗੇ। ਸਤਿਗੁਰਾਂ ਦੇ ਦਰ ਘਰ ਦੀ ਮਹਿਮਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। 8ਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕ੍ਰਿਸ਼ਨ ਨਾਮ ਅਗਨੀ ਦਾ ਵੀ ਹੁੰਦਾ ਹੈ। ਉਹ ਜੰਗਲ ਦੀ ਅੱਗ ਵਾਂਗੂ ਨੇ। ਜਿਵੇਂ ਜੰਗਲ ਦੀ ਅੱਗ ਲੱਗਦੀ ਹੈ ਤੇ ਸਾਰੇ ਜੰਗਲ ਨੂੰ ਸਾੜ ਦਿੰਦੀ ਹੈ ਨਾ, ਉਹ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੰਗਲ ਦੀ ਅੱਗ ਵਾਂਗੂ ਨੇ ਤੇ ਸਿੱਖਾਂ ਦੇ ਜਿਹੜੇ ਪਾਪਾਂ ਰੂਪੀ ਜੰਗਲ ਨੇ, ਪਾਪਾਂ ਰੂਪੀ ਜੰਗਲ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸਾੜ ਕੇ ਸਵਾਹ ਕਰ ਦਿੰਦੇ। ਐਸੇ ਦਇਆਨਿਧ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਗਰੀਬ ਨਵਾਜ ਪਾਤਸ਼ਾਹ ਸਾਡੇ ਸਾਰਿਆਂ ਤੇ ਆਪਣਾ ਤਰਸ ਕਰਨ, ਦਇਆ ਦ੍ਰਿਸ਼ਟੀ ਕਿਰਪਾ ਕਰਨ। ਸਾਡਾ ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾਵਨ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, 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 ਜਿਸ ਡਿਠੇ ਸਭ ਦੁਖ ਜਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ